ਹੁਣ ਤੁਸੀਂ ਮਸਾਂ ਪਹਿਲਾਂ ਬੀਜੇਪੀ ਦੇ ਘਰੇੜਿਆਂ ਤੇ ਫਿਰਦੇ ਸੀ, ਹੁਣ ਤੁਸੀਂ ਜਾ ਕੇ ਬੀਐਸਪੀ ਹਾਥੀ ਲਿਆਏ, ਉਹਨੂੰ ਵੀ ਇਸ ਵਾਰ ਤੁਸੀਂ ਬਗੈਰ ਪੂੰਛੋ ਕਰਕੇ ਭੇਜਣਾ ਹੈ। ਸਿੱਧੂ ਸਾਹਿਬ ਜਿਹੜੀਆਂ ਗੱਲਾਂ ਤੇ ਟਵੀਟ ਕਰਦੇ ਸੀ ਕਿ ਰੇਤ ਮਾਫੀਆ ਨੂੰ ਨੱਥ ਪਾਉਣੀ ਚਾਹੀਦੀ ਹੈ, ਜਿਹੜੇ ਨਕਲੀ ਸ਼ਰਾਬ ਦੀਆਂ ਫੈਕਟਰੀਆਂ ਵਾਲੇ ਜਿਹੜੇ ਨੇ ਉਹ ਫੜੇ ਜਾਣੇ ਚਾਹੀਦੇ ਆ, ਕੇਵਲ ਮਾਫੀਆ ਨੱਥ ਪਾਉਣੀ ਚਾਹੀਦੀ ਹੈ, ਤਾਂ ਸਾਰੇ ਤਾਂ ਹੁਣ ਉਹਨਾਂ ਦੇ ਨਾਲ ਹੁੰਦੇ ਨੇ, ਕੋਈ ਸੱਜੇ ਬੈਠਾ ਹੁੰਦਾ, ਕੋਈ ਖੱਬੇ ਬੈਠਾ। ਜਿਹੜੀ ਨਵਜੋਤ ਸਿੰਘ ਸਿੱਧੂ ਨੇ ਇਸ਼ਤਿਹਾਰੀ ਪਾਲਿਸੀ ਬਣਾਈ ਸੀ ਗਗਨ ਜੀ, ਮੈਂ ਉਹਦੀ ਖੋਜਬੀਨ ਕੀਤੀ ਹੈ। ਸਨਅਤੀ ਕੇਂਦਰ ਲੁਧਿਆਣਾ 'ਚ ਨਵਜੋਤ ਸਿੰਘ ਸਿੱਧੂ ਦੀ ਇਸ਼ਤਿਹਾਰੀ ਬੋਰਡਾਂ ਦੀ ਪਾਲਿਸੀ ਲਾਗੂ ਹੈ। ਕਈ ਸ਼ਹਿਰਾਂ 'ਚ ਲਾਗੂ ਨਹੀਂ, ਅੰਮ੍ਰਿਤਸਰ, ਜਲੰਧਰ, ਮੋਹਾਲੀ, ਉੱਥੇ ਉਹ ਪਾਲਿਸੀ ਚੰਗੀ ਤਰ੍ਹਾਂ ਲਾਗੂ ਹੀ ਨਹੀਂ ਕੀਤੀ ਬਾਅਦ 'ਚ ਸਰਕਾਰ ਨੇ। ਪਰ 3 ਰੁਪਏ ਬਿਜਲੀ ਵੀ ਗਗਨ ਤਾਂ ਪ੍ਰੈਕਟੀਕਲ ਹੋਣੀ ਹੈ ਅਗਰ ਸਿੱਧੂ ਮੁੱਖ ਮੰਤਰੀ ਬਣਿਆ। ਅਗਰ ਸਿੱਧੂ ਮੁੱਖ ਮੰਤਰੀ ਨਹੀਂ ਬਣਦਾ ਤੇ ਫਿਰ 3 ਰੁਪਏ ਬਿਜਲੀ ਮੈਨੂੰ ਨਹੀਂ ਲੱਗਦਾ ਕਿ ਸੂਬੇ 'ਚ ਕੋਈ ਵੀ ਪੋਲੀਟੀਕਲ ਪਾਰਟੀ ਦਊਗੀ। ਮੈਂ ਤਾਂ ਇਹੀ ਕਹੂੰਗਾ ਕਿ ਪ੍ਰਧਾਨ ਬਣਨ ਤੋਂ ਬਾਅਦ ਤੁਹਾਡਾ ਫਰਜ਼ ਬਣਦਾ ਤੁਸੀਂ ਹੁਣ ਹੱਲ ਕਰੋ। ਇਹ ਨਾ ਕਿਹਾ ਕਰੋ ਕਿ ਜੇ ਸਾਡੀ ਸਰਕਾਰ ਆ ਗਈ ਅਸੀਂ ਆਹ ਕਰ ਦਾਂਗੇ, ਸਰਕਾਰ ਤੁਹਾਡੀ ਹੀ ਹੈ। ਕਿਉਂਕਿ ਪਹਿਲਾਂ ਉਮੀਦ ਸੀ ਲੋਕਾਂ ਨੂੰ ਕਿ ਸਿੱਧੂ ਆਪ 'ਚ ਆਊਗਾ। ਦੇਖੋ, ਅਗਰ ਸਿੱਧੂ ਆਪ 'ਚ ਆ ਜਾਂਦਾ ਫਿਰ ਤਾਂ ਸਰਕਾਰ ਆਪ ਦੀ ਪੱਕੀ ਸੀ। ਔਰ ਜਿਵੇਂ ਜਿਵੇਂ ਸਿੱਧੂ ਤੇ ਆਮ ਆਦਮੀ ਪਾਰਟੀ ਵਾਲੇ ਸਵਾਲ ਚੱਕਣਗੇ ਗਗਨ ਜੀ, ਕੇਜਰੀਵਾਲ ਦੇ ਵੀ ਆਉਂਦੇ ਦਿਨਾਂ 'ਚ ਸਵਾਲ ਚੱਕੇ ਜਾਣੇ ਨੇ। ਔਰ ਮੈਨੂੰ ਪੱਕਾ ਭਰੋਸਾ ਹੈ ਅਕਾਲੀ ਦਲ ਵਾਲੇ ਪੋਲੀਟੀਕਲ ਪਾਰਟੀਆਂ, ਕਿਸੇ ਵੀ ਪੋਲੀਟੀਕਲ ਪਾਰਟੀ ਨੇ ਗਗਨ ਜੀ ਚੂੜੀਆਂ ਨਹੀਂ ਪਾਈਆਂ। ਹੁਣ ਹੁੰਦਾ ਕੀ ਹੈ, ਸਾਡੇ ਖਿਡਾਰੀ ਮੈਡਲ ਜਿੱਤ ਕੇ ਮੰਤਰੀਆਂ ਦੇ ਗੇੜੇ ਕੱਢਣ ਨੂੰ ਮਜਬੂਰ ਨੇ। ਮੰਤਰੀਆਂ ਦੇ ਗੇੜੇ ਖਿਡਾਰੀ ਕਿਉਂ ਕੱਢਣ ਗਗਨ? ਗੇੜੇ ਕੱਢਣ ਮੰਤਰੀ ਲੋਕਾਂ ਦੇ, ਗੋਡੀ ਹੱਥ ਲਾਉਣ ਵੀ ਪਾਓ ਸਾਨੂੰ ਵੋਟ ਜੀ। ਅੱਜ ਕਿਸੇ ਐਮਐਲਏ ਦੇ ਪੁੱਤ ਨੇ ਮੈਡਲ ਜਿੱਤਿਆ ਹੁੰਦਾ ਨਾ, ਹੁਣ ਤੱਕ ਉਹਨੂੰ ਐਸਪੀ ਦੀ ਪੋਸਟ ਨਿਯੁਕਤ ਕਰ ਦੇਣੀ ਸੀ ਵੀ ਉਹਨੂੰ ਡੀਐਸਪੀ ਜਾਂ ਅਸੀਂ ਐਸਪੀ ਭਰਤੀ ਕਰਾਂਗੇ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਲਾਈਵ ਕੱਪੜ ਛਾਣ ਦਾ ਖਾਸ ਪ੍ਰੋਗਰਾਮ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਗਗਨਦੀਪ ਸਿੰਘ। ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਇਸ ਪ੍ਰੋਗਰਾਮ ਦੇ ਵਿੱਚ ਸਿਆਸੀ ਅਤੇ ਸਮਾਜਿਕ ਵਿਸ਼ਿਆਂ ਦਾ ਵਿਸਥਾਰ ਦੇ ਨਾਲ ਕੱਪੜ ਛਾਣ ਕਰਦੇ ਹਾਂ। ਖਾਸ ਤੌਰ ਦੇ ਉੱਤੇ ਚਰਚਾ ਅੱਜ ਪੰਜਾਬ ਦੀ ਸਿਆਸਤ ਦੇ ਉੱਤੇ ਰਹੇਗੀ। ਪੰਜਾਬ ਦੀ ਸਿਆਸਤ ਦੇ ਵਿੱਚ ਜਿਸ ਤਰ੍ਹਾਂ ਨਵਜੋਤ ਸਿੰਘ ਸਿੱਧੂ ਨੇ ਇੱਕ ਵੱਖਰੀ ਚਰਚਾ ਛੇੜ ਦਿੱਤੀ ਹੈ, ਫ੍ਰੀ ਬਿਜਲੀ ਦੇ ਦੌਰ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਸਸਤੀ ਬਿਜਲੀ ਦਾ ਐਲਾਨ ਕੀਤਾ ਹੈ। ਇਸ ਦੇ ਉੱਤੇ ਚਰਚਾ ਪ੍ਰੋਗਰਾਮ ਦੇ ਵਿੱਚ ਰਹੇਗੀ। ਨਵਜੋਤ ਸਿੰਘ ਸਿੱਧੂ ਨੂੰ ਸਵਾਲ ਹੋ ਰਹੇ ਨੇ, ਜਿਹੜੇ ਟਵੀਟ ਸਿੱਧੂ ਨੇ ਕੀਤੇ ਸੀ ਉਹਨਾਂ ਸਵਾਲਾਂ ਦੇ ਉੱਤੇ ਵੀ ਚਰਚਾ ਰਹੇਗੀ। ਚਰਚਾ ਓਲੰਪਿਕਸ ਦੇ ਬਾਰੇ ਵੀ ਕਰਾਂਗੇ। ਜਿਸ ਤਰ੍ਹਾਂ ਓਲੰਪਿਕਸ ਦੇ ਵਿੱਚ ਪੰਜਾਬ ਦੇ ਖਿਡਾਰੀਆਂ ਦਾ ਪ੍ਰਦਰਸ਼ਨ ਰਿਹਾ ਹੈ, ਉਸ ਨੂੰ ਲੈ ਕੇ ਪੰਜਾਬ ਸਰਕਾਰ ਦੇ ਐਲਾਨਾਂ ਦੇ ਉੱਤੇ ਸਵਾਲ ਖੜੇ ਹੋ ਰਹੇ ਨੇ। ਵੱਖ-ਵੱਖ ਸਵਾਲਾਂ ਦੇ ਉੱਤੇ ਚਰਚਾ ਰਹੇਗੀ। ਉਧਰ ਪ੍ਰਸ਼ਾਂਤ ਕਿਸ਼ੋਰ ਨੇ ਕੈਪਟਨ ਅਮਰਿੰਦਰ ਸਿੰਘ ਦਾ ਸਾਥ ਛੱਡਿਆ ਹੈ। ਅਸ਼ਵਨੀ ਸ਼ੇਖੜੀ ਨੂੰ ਕਾਂਗਰਸ ਦੇ ਵੱਲੋਂ ਵੱਡਾ ਇਨਾਮ ਦੇ ਦਿੱਤਾ ਗਿਆ। ਇਸ ਦੇ ਉੱਤੇ ਵੀ ਚਰਚਾ ਕਰਾਂਗੇ। ਸਭ ਤੋਂ ਪਹਿਲਾਂ ਡੱਲਾ ਸਾਹਿਬ ਦਾ ਸਵਾਗਤ ਕਰਦੇ ਹਾਂ। ਡੱਲਾ ਜੀ ਸਵਾਗਤ ਹੈ ਜੀ। ਬਹੁਤ-ਬਹੁਤ ਧੰਨਵਾਦ ਗਗਨ ਜੀ, ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਵੀ ਬਹੁਤ-ਬਹੁਤ ਧੰਨਵਾਦ। ਡੱਲਾ ਸਾਹਿਬ, ਸਭ ਤੋਂ ਪਹਿਲਾਂ ਤਾਂ ਪੰਜਾਬ ਦੀ ਸਿਆਸਤ ਦੇ ਵਿੱਚ ਵਧਾਂਗੇ। ਜਿਸ ਹਿਸਾਬ ਦੇ ਨਾਲ ਚਰਚਾਵਾਂ ਸੀ ਕਿ ਕੋਈ ਕਹਿੰਦਾ 300 ਯੂਨਿਟ ਬਿਜਲੀ, ਕੋਈ ਕਹਿੰਦਾ 400 ਯੂਨਿਟ ਫ੍ਰੀ ਬਿਜਲੀ, ਸਿੱਧੂ ਸਾਹਿਬ ਨੇ ਐਲਾਨ ਕੀਤਾ ਹੈ। ਉਹ ਕਹਿੰਦੇ ਕਿ 3 ਰੁਪਏ ਪ੍ਰਤੀ ਯੂਨਿਟ ਜਿਹੜੀ ਘਰੇਲੂ ਬਿਜਲੀ ਦੇਵਾਂਗੇ ਤੇ 5 ਰੁਪਏ ਇੰਡਸਟਰੀ ਨੂੰ ਦੇਵਾਂਗੇ। ਇਸ ਐਲਾਨ ਨੂੰ ਕਿੱਦਾਂ ਵੇਖ ਰਹੇ ਹੋ? ਇਹ ਵੱਖਰੇ ਤਰ੍ਹਾਂ ਦੀ ਸਿਆਸਤ ਹੁਣ ਸ਼ੁਰੂ ਹੋਈ ਹੈ। ਦੇਖੋ, ਪੰਜਾਬ ਦੇ ਵਿੱਚ ਮੈਂ ਅੱਗੇ ਵੀ ਤੁਹਾਨੂੰ ਗਗਨ ਕਹਿ ਰਿਹਾ ਸੀ ਕਿ ਨਵੀਂ ਤਰ੍ਹਾਂ ਦੀ ਹੋੜ ਹੈ ਜਿਹੜੀ ਪੰਜਾਬ ਦੇ ਵਿੱਚ ਉਹ ਸ਼ੁਰੂ ਹੋ ਗਈ ਹੈ। ਕਿਉਂਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 2-3 ਦਿਨ ਪਹਿਲਾਂ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਸੀ, ਉਹ ਕਹਿੰਦੇ ਵੀ ਅਸੀਂ 400 ਯੂਨਿਟ ਬਿਜਲੀ ਮੁਫਤ ਦੇਵਾਂਗੇ ਔਰ 400 ਯੂਨਿਟ ਬਿਜਲੀ ਤੱਕ ਕਿਸੇ ਨੂੰ ਕੋਈ ਬਿੱਲ ਨਹੀਂ ਆਉਣਾ। ਬਿੱਲ ਸ਼ੁਰੂ ਹੀ ਉਸ ਤੋਂ ਬਾਅਦ ਹੋਣਾ। ਮਤਲਬ 400 ਯੂਨਿਟ ਤੋਂ ਬਾਅਦ ਅਗਰ ਕਿਸੇ ਦਾ 401 ਯੂਨਿਟ ਬਿੱਲ ਆਉਂਦਾ ਹੈ ਤੇ ਉਹਨੂੰ 1 ਯੂਨਿਟ ਦਾ ਪੈਸਾ ਵਸੂਲਿਆ ਜਾਊਗਾ। ਕੇਜਰੀਵਾਲ ਇਹ ਸਪਸ਼ਟ ਨਹੀਂ ਸੀ ਕਰਕੇ ਗਏ ਕਿ ਅਗਰ 301 ਬਿੱਲ ਆਉਂਦਾ ਹੈ ਤੇ ਕੀ 1 ਯੂਨਿਟ ਦਾ ਬਿੱਲ ਵਸੂਲਿਆ ਜਾਊਗਾ। ਉਹ ਕਹਿੰਦੇ ਸੀ ਨਹੀਂ, ਅਗਰ 301 ਹੋ ਗਿਆ ਤੇ ਸਾਰੇ ਦਾ। ਭਗਵੰਤ ਮਾਨ ਨੇ ਪੁੱਛਿਆ ਵੀ ਸੀ ਉਹਨਾਂ ਨੂੰ ਸਵਾਲ। ਹਾਲਾਂਕਿ ਬਾਅਦ ਚ ਆਮ ਆਦਮੀ ਪਾਰਟੀ ਦੇ ਲੀਡਰ ਕਹਿ ਰਹੇ ਨੇ ਕਿ ਜੇ 301 ਦਾ ਆਊਗਾ, 301 ਬਿੱਲ ਆਉਂਦਾ ਹੈ ਤਾਂ 1 ਦਾ। ਪਰ ਕੇਜਰੀਵਾਲ ਨੇ ਉਦੋਂ ਸਪਸ਼ਟ ਨਹੀਂ ਸੀ ਕੀਤਾ। ਫਿਰ ਨਵਜੋਤ ਸਿੰਘ ਸਿੱਧੂ, ਪਹਿਲਾਂ ਜਿਹੜਾ ਨਵਜੋਤ ਸਿੰਘ ਸਿੱਧੂ ਦਾ ਮਾਡਲ ਹੈ, ਨਵਜੋਤ ਸਿੰਘ ਸਿੱਧੂ ਨੇ ਕਿਹਾ ਸੀ ਅਸੀਂ 300 ਯੂਨਿਟ ਮੁਫਤ ਦੇਵਾਂਗੇ, 300 ਤੱਕ ਅਸੀਂ ਵੀ ਦੇਵਾਂਗੇ। ਤੇ ਫਿਰ 2 ਤੋਂ ਲੈ ਕੇ 3 ਰੁਪਏ ਘਰੇਲੂ ਬਿਜਲੀ, 5 ਰੁਪਏ ਇੰਡਸਟਰੀਅਲ ਬਿਜਲੀ। ਔਰ ਹੁਣ ਵੀ ਜਿਹੜੀ ਨਵਜੋਤ ਸਿੰਘ ਸਿੱਧੂ ਨੇ ਗੱਲ ਤੋਰੀ ਹੈ ਗਗਨ ਜੀ ਕਿ 3 ਰੁਪਏ ਯੂਨਿਟ ਬਿਜਲੀ ਹੈ ਅਸੀਂ ਪੂਰੇ ਪੰਜਾਬ ਦੇ ਲੋਕਾਂ ਨੂੰ ਦੇਵਾਂਗੇ, ਇਹ ਬਹੁਤ ਵੱਡਾ ਬਿਆਨ ਹੈ। ਹੁਣ ਇਹ ਨਵਜੋਤ ਸਿੰਘ ਸਿੱਧੂ ਕਹਿ ਤਾਂ ਰਹੇ ਨੇ, ਪਰ ਜਦੋਂ ਨਵਜੋਤ ਸਿੰਘ ਸਿੱਧੂ ਇਹਨੂੰ ਸਫਲ ਕਰ ਦਿਖਾਉਣਗੇ ਉਹ ਇੱਕ ਯੁੱਗ ਪਰਿਵਰਤਨ ਹੋਊਗਾ ਪੰਜਾਬ ਦੇ ਵਿੱਚ। ਕਿਉਂਕਿ ਬਹੁਤ ਔਖਾ ਹੈ 3 ਰੁਪਏ ਯੂਨਿਟ ਬਿਜਲੀ ਕਰ ਦੇਣੀ, ਪੂਰੀ ਦੀ ਪੂਰੀ ਬਹੁਤ ਔਖੀ ਹੈ।
ਹਾਂ, ਅਗਰ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਬਣਦੇ ਨੇ, ਅਗਰ ਮੁੱਖ ਮੰਤਰੀ ਦਾ ਚਿਹਰਾ ਬਣਨ ਤੋਂ ਬਾਅਦ ਪੰਜਾਬ ਦੇ ਲੋਕ ਸਿੱਧੂ ਨੂੰ ਮੌਕਾ ਦਿੰਦੇ ਨੇ, ਫਿਰ ਸਿੱਧੂ ਕੋਲੇ ਸੰਭਾਵਨਾ ਹੈ ਕਿ ਸਿੱਧੂ ਪੰਜਾਬ ਦੇ ਵਿੱਚ ਤੈਅ ਕਰੇ ਕਿ ਰੇਤੇ ਦੀ ਪਾਲਿਸੀ ਕੀ ਹੈ, ਰੇਤਾ ਕਿਵੇਂ ਵਿਕਣਾ, ਇਸ਼ਤਿਹਾਰਾਂ ਦੀ ਪਾਲਿਸੀ ਕੀ ਹੈ, ਇਸ਼ਤਿਹਾਰ ਕਿਵੇਂ ਵਿਕਣੇ ਨੇ। ਜਿਹੜੀ ਨਵਜੋਤ ਸਿੰਘ ਸਿੱਧੂ ਨੇ ਇਸ਼ਤਿਹਾਰੀ ਪਾਲਿਸੀ ਬਣਾਈ ਸੀ ਗਗਨ ਜੀ, ਮੈਂ ਉਹਦੀ ਖੋਜਬੀਨ ਕੀਤੀ ਹੈ। ਸਨਅਤੀ ਕੇਂਦਰ ਲੁਧਿਆਣਾ 'ਚ ਨਵਜੋਤ ਸਿੰਘ ਸਿੱਧੂ ਦੀ ਇਸ਼ਤਿਹਾਰੀ ਬੋਰਡਾਂ ਦੀ ਪਾਲਿਸੀ ਲਾਗੂ ਹੈ। ਕਈ ਸ਼ਹਿਰਾਂ 'ਚ ਲਾਗੂ ਨਹੀਂ, ਅੰਮ੍ਰਿਤਸਰ, ਜਲੰਧਰ, ਮੋਹਾਲੀ, ਉੱਥੇ ਉਹ ਪਾਲਿਸੀ ਚੰਗੀ ਤਰ੍ਹਾਂ ਲਾਗੂ ਹੀ ਨਹੀਂ ਕੀਤੀ ਬਾਅਦ 'ਚ ਸਰਕਾਰ ਨੇ। ਲੁਧਿਆਣੇ 'ਚ ਉਹ ਪਾਲਿਸੀ ਲਾਗੂ ਹੈ ਔਰ ਲੁਧਿਆਣੇ ਜ਼ਿਲ੍ਹੇ 'ਚ ਇਸ਼ਤਿਹਾਰੀ ਬੋਰਡਾਂ ਤੋਂ ਕਈ 100 ਗੁਣਾ ਜ਼ਿਆਦਾ ਰੈਵਨਿਊ ਜਿਹੜਾ ਆਉਣ ਲੱਗ ਗਿਆ। ਅਗਰ ਪਹਿਲਾਂ 2 ਕਰੋੜ ਆਉਂਦਾ ਸੀ ਕਾਰਪੋਰੇਸ਼ਨ ਨੂੰ, ਤੇ ਘੱਟੋ ਘੱਟ 5 ਗੁਣਾ ਰੈਵਨਿਊ ਜਿਹੜਾ ਵੱਧ ਗਿਆ, 2 ਕਰੋੜ ਦਾ 10 ਕਰੋੜ ਤੋਂ ਵੀ ਜ਼ਿਆਦਾ ਹੋ ਗਿਆ ਕਹਿੰਦੇ ਹੋ। ਹੁਣ ਪੂਰੇ ਪੰਜਾਬ ਦੇ ਵਿੱਚ ਅਗਰ 150-200 ਕਰੋੜ ਇਸ਼ਤਿਹਾਰੀ ਬੋਰਡਾਂ ਤੋਂ ਸਰਕਾਰ ਕਮਾ ਲੇ ਤੇ ਉਹ ਇੱਕ ਅਚੀਵਮੈਂਟ ਹੈ ਸਰਕਾਰ ਦੀ, ਪਰ ਉਹਦੇ ਲਈ ਪਾਲਿਸੀ ਲਾਗੂ ਕਰਨੀ ਪੈਣੀ। ਹੁਣ ਸਿੱਧੂ ਦੀ ਉਹ ਪਾਲਿਸੀ ਦਾ ਕੈਪਟਨ ਅਮਰਿੰਦਰ ਨੂੰ ਵੀ ਜਵਾਬ ਦੇਣਾ ਚਾਹੀਦਾ ਵੀ ਇਸ਼ਤਿਹਾਰੀ ਬੋਰਡਾਂ ਦੀ ਪਾਲਿਸੀ ਜਿਹੜੀ ਸਿੱਧੂ ਨੇ ਬਣਾਈ ਸੀ ਉਹ ਲੁਧਿਆਣੇ 'ਚ ਕੱਲੀ ਲਾਗੂ ਹੋ ਗਈ। ਲੁਧਿਆਣੇ 'ਚ ਇਸ਼ਤਿਹਾਰੀ ਬੋਰਡਾਂ ਤੋਂ ਕਮਾਈ ਹੋ ਗਈ ਸਰਕਾਰ ਨੂੰ, ਬਾਕੀ ਜਗ੍ਹਾ ਕਿਉਂ ਮਾਫੀਆ ਰਾਜ ਚੱਲਦਾ ਪਿਆ? ਇਹ ਸਰਕਾਰ ਨੂੰ, ਕੈਪਟਨ ਅਮਰਿੰਦਰ ਸਿੰਘ ਨੂੰ ਜਵਾਬ ਦੇਣਾ ਇਹਦੇ ਤੇ ਬਣਦਾ। ਦੂਸਰਾ, ਜੇ ਤਾਂ ਸਿੱਧੂ ਰੇਤੇ ਨੂੰ ਵੀ ਸਰਕਾਰੀ ਤੌਰ ਦੇ ਉੱਤੇ ਵੇਚ ਗਿਆ, ਜਿਵੇਂ ਪਾਲਿਸੀ ਦਿੱਤੀ ਹੋਈ ਹੈ ਸਿੱਧੂ ਦੀ, ਸਿੱਧੂ ਸ਼ਰਾਬ ਨੂੰ ਸਰਕਾਰੀ ਤੌਰ ਤੇ ਵੇਚ ਗਿਆ ਜਿਵੇਂ ਦਿੱਲੀ 'ਚ ਕੇਜਰੀਵਾਲ ਵੇਚ ਰਿਹਾ, ਪੰਜਾਬ ਦੇ ਪਾਣੀ ਦਾ ਸਿੱਧੂ ਅਗਰ ਮੁੱਲ ਵਸੂਲ ਗਿਆ, ਦੂਜੇ ਸੂਬਿਆਂ ਤੋਂ ਵੀ ਵਸੂਲ ਗਿਆ, ਜਾਂ ਘੱਟੋ ਘੱਟ ਕਮਰਸ਼ੀਅਲ ਪੰਜਾਬ ਦੇ ਪਾਣੀ ਦੀ ਵਰਤੋਂ ਹੋਣ ਲੱਗ ਜੇ, ਜਿਵੇਂ ਗੰਗਾ ਦਾ ਪਾਣੀ ਅਸੀਂ ਦੁਨੀਆ 'ਚ ਕਿਤੇ ਮੰਗਾ ਸਕਦੇ ਹਾਂ। ਦੇਖੋ ਕਿੰਨੀ ਪਵਿੱਤਰ ਹੈ ਸਾਡੀ ਗੰਗਾ, ਅਸੀਂ ਉਹਦਾ ਪਾਣੀ ਕਿਤੇ ਮੰਗਾ ਸਕਦੇ ਹਾਂ। ਦੁਨੀਆ ਭਰ 'ਚ ਬੋਤਲਾਂ 'ਚ ਜਾਂਦਾ ਗੰਗਾ ਦਾ ਪਾਣੀ, ਸਤਲੁਜ ਤੇ ਬਿਆਸ ਤੇ ਰਾਵੀ ਦਾ ਕਿਉਂ ਨਹੀਂ ਜਾ ਸਕਦਾ? ਸਾਡੇ ਏਡੇ ਪਵਿੱਤਰ ਦਰਿਆ ਨੇ ਉਹ ਵੀ। ਹੁਣ ਇਹ ਸੋਚਣ ਵਾਲੀ ਗੱਲ ਹੈ, ਅਗਰ ਸਿੱਧੂ ਦਾ ਇਹ ਮਾਡਲ ਕਾਮਯਾਬ ਹੋ ਗਿਆ, ਅਗਰ ਸਾਰੀ ਤਰ੍ਹਾਂ ਦੇ ਮਾਫੀਏ ਪੰਜਾਬ 'ਚ ਖਤਮ ਹੋ ਗਏ, ਠੇਕੇਦਾਰ ਜਿਵੇਂ ਕੇਜਰੀਵਾਲ ਕਹਿੰਦੇ ਸੀ ਇੱਕ ਪੁਲ 'ਚ 100 ਕਰੋੜ ਬਚਾ ਲਿਆ, ਹਾਲਾਂਕਿ ਉਹ ਗੱਲ ਇੱਕੋ ਪੁਲ ਦੀ ਸੀ, ਦੁਬਾਰਾ ਬਾਅਦ ਦੇ ਵਿੱਚ ਉਹ ਪੁਲ ਵਾਲੀ ਗੱਲ ਨਹੀਂ ਆਈ ਵੀ ਕਿੰਨੇ ਪੁਲਾਂ ਦਾ ਬਚਾ ਲਿਆ, ਉਹ ਇੱਕੋ ਪੁਲ ਚੱਲਦਾ ਉਦਾਹਰਨ 'ਚ ਦਿੱਲੀ ਦਾ। ਚਲੋ ਪੰਜਾਬ 'ਚ ਤਾਂ ਕਿੰਨੇ ਪੁਲ ਬਣਨੇ ਨੇ, ਪੰਜਾਬ ਦੇ ਪੁਲਾਂ 'ਚ ਵੀ ਪੈਸੇ ਬਚਣ, ਸੋ ਫੇਰ ਤਾਂ 3 ਰੁਪਏ ਬਿਜਲੀ ਦੀ ਗੱਲ ਜਿਹੜੀ ਸਮਝ ਆਉਂਦੀ ਹੈ। ਪਰ 3 ਰੁਪਏ ਬਿਜਲੀ ਵੀ ਗਗਨ ਤਾਂ ਪ੍ਰੈਕਟੀਕਲ ਹੋਣੀ ਹੈ ਅਗਰ ਸਿੱਧੂ ਮੁੱਖ ਮੰਤਰੀ ਬਣਿਆ। ਅਗਰ ਸਿੱਧੂ ਮੁੱਖ ਮੰਤਰੀ ਨਹੀਂ ਬਣਦਾ ਤੇ ਫੇਰ 3 ਰੁਪਏ ਬਿਜਲੀ ਮੈਨੂੰ ਨਹੀਂ ਲੱਗਦਾ ਕਿ ਸੂਬੇ 'ਚ ਕੋਈ ਵੀ ਪੋਲੀਟੀਕਲ ਪਾਰਟੀ ਦਊਗੀ। ਕੇਜਰੀਵਾਲ ਸਾਹਿਬ ਨੇ ਵੀ ਏਜੰਡਾ ਸਪਸ਼ਟ ਨਹੀਂ ਕੀਤਾ ਕਿ ਬਿਜਲੀ ਦਾ ਮੁੱਲ ਕੀ ਹੋਊਗਾ, ਆਉਂਦੇ ਦਿਨਾਂ 'ਚ ਹੋਊਗਾ, ਕਿਉਂਕਿ ਬਿਜਲੀ ਤੇ ਸਿਆਸਤ ਪੰਜਾਬ 'ਚ ਸ਼ੁਰੂ ਹੋਈ ਹੈ। ਦਲਾ ਸਾਹਿਬ, ਇਸ ਦੇ ਨਾਲ ਹੀ ਵਧਾਂਗੇ, ਜਿਸ ਤਰ੍ਹਾਂ ਸਿੱਧੂ ਸਾਹਿਬ ਟਵੀਟ ਕਰਦੇ ਹੁੰਦੇ ਸੀ ਪ੍ਰਧਾਨ ਬਣਨ ਤੋਂ ਪਹਿਲਾਂ, ਹੁਣ ਸਿੱਧੂ ਸਾਹਿਬ ਨੂੰ ਉਹੀ ਟਵੀਟਾਂ ਦੇ ਉੱਤੇ ਸਵਾਲ ਕਰਦੇ ਨੇ। ਦਲਜੀਤ ਸਿੰਘ ਚੀਮਾ ਸਵਾਲ ਕਰਕੇ ਗਏ ਨੇ, ਉਹ ਕਹਿੰਦੇ ਕਿ ਸਿੱਧੂ ਸਾਹਿਬ ਇਹਨਾਂ ਚੀਜ਼ਾਂ ਦੇ ਉੱਤੇ ਜਿਨ੍ਹਾਂ ਟਵੀਟ ਕਰਦੇ ਸੀ, ਜਿਨ੍ਹਾਂ ਲੋਕਾਂ ਨੂੰ ਲੈ ਕੇ ਟਵੀਟ ਕਰਦੇ ਸੀ, ਉਹਨਾਂ ਨਾਲ ਜੱਫੀਆਂ ਪਾ ਰਹੇ ਹੋ, ਤੁਹਾਨੂੰ ਉਹਨਾਂ ਟਵੀਟਾਂ ਦਾ ਜਵਾਬ ਜ਼ਰੂਰ ਦੇਣਾ ਚਾਹੀਦਾ। ਦੇਖੋ ਜਿਹੜੇ ਵਿਰੋਧੀ ਧਿਰ ਹੈ ਨਾ, ਉਹ ਸਿੱਧੂ ਤੇ ਹੁਣ ਸਵਾਲ ਚੱਕਣਗੇ। ਮੈਂ ਤੁਹਾਨੂੰ ਅੱਗੇ ਵੀ ਕਿਹਾ ਸੀ, ਜਿਹੜੀ ਆਮ ਆਦਮੀ ਪਾਰਟੀ ਦੀ ਦਿੱਲੀ 'ਚ ਮੀਟਿੰਗ ਹੋਈ ਆ, ਉਹਦੇ ਵਿੱਚ ਇੱਕ ਰਣਨੀਤੀ ਬਣੀ ਆ ਗਗਨ ਕਿ ਨਵਜੋਤ ਸਿੰਘ ਸਿੱਧੂ ਤੇ ਹੁਣ ਨਿਸ਼ਾਨਾ ਲਾਓ, ਕਿਉਂਕਿ ਨਵਜੋਤ ਸਿੰਘ ਸਿੱਧੂ ਕਾਂਗਰਸ 'ਚ ਚਲਾ ਗਿਆ। ਨਵਜੋਤ ਸਿੰਘ ਸਿੱਧੂ ਦੇ ਕਾਂਗਰਸ 'ਚ ਚਲਾ ਗਿਆ ਮਤਲਬ ਪ੍ਰਧਾਨ ਬਣ ਗਿਆ। ਸਿੱਧੂ ਦੇ ਪ੍ਰਧਾਨ ਬਣਨ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਹਵਾ ਨੂੰ ਸੱਟ ਵੱਜੀ ਆ, ਗੱਲ ਤੁਰਨ ਲੱਗ ਗਈ ਸੀ ਆਮ ਆਦਮੀ ਪਾਰਟੀ ਦੀ ਪੰਜਾਬ 'ਚ, ਕਿਉਂਕਿ ਉਦੋਂ ਗੱਲ ਇਹ ਵੀ ਸੀ ਜੀ। ਦਲਜੀਤ ਸਿੰਘ ਚੀਮਾ ਹੋਣਾ ਦਾ ਸਵਾਲ ਸੀ ਇਹ। ਦਲਜੀਤ ਸਿੰਘ ਚੀਮਾ ਵੀ ਆ, ਹਰਪਾਲ ਚੀਮਾ ਦਾ ਵੀ ਬਿਆਨ ਲਗਾਤਾਰ ਆ ਰਿਹਾ। ਸਿੱਧੂ ਸਾਹਿਬ ਜਿਹੜੀਆਂ ਗੱਲਾਂ ਤੇ ਟਵੀਟ ਕਰਦੇ ਸੀ ਕਿ ਰੇਤ ਮਾਫੀਆ ਨੂੰ ਨੱਥ ਪਾਉਣੀ ਚਾਹੀਦੀ ਹੈ, ਜਿਹੜੀਆਂ ਨਕਲੀ ਸ਼ਰਾਬ ਦੀਆਂ ਫੈਕਟਰੀਆਂ ਵਾਲੇ ਜਿਹੜੇ ਨੇ ਉਹ ਫੜੇ ਜਾਣੇ ਚਾਹੀਦੇ ਆ, ਕੇਬਲ ਮਾਫੀਆ ਨੱਥ ਹੋਣੀ ਚਾਹੀਦੀ ਹੈ, ਤਾਂ ਸਾਰੇ ਤਾਂ ਹੁਣ ਉਹਨਾਂ ਦੇ ਨਾਲ ਹੁੰਦੇ ਨੇ, ਕੋਈ ਸੱਜੇ ਬੈਠਾ ਹੁੰਦਾ, ਕੋਈ ਖੱਬੇ ਬੈਠਾ ਹੁੰਦਾ। ਸਿੱਧੂ ਸਾਹਿਬ ਪਲੀਜ਼ ਮਦਨ ਜਲਾਲਪੁਰ ਦੇ ਘਰੇ ਜਾਣ ਤੋਂ ਪਹਿਲਾਂ ਇਹ ਪੁੱਛ ਲਿਆ ਕਰੋ ਕਿ ਫੈਕਟਰੀਆਂ ਕਿੰਨੀਆਂ ਫੜੀਆਂ ਗਈਆਂ ਨੇ ਤੇ ਚੱਲਦੀਆਂ ਕਿੰਨੀਆਂ ਕੁ ਨੇ ਤੇ ਬੰਦ ਕਿੰਨੀਆਂ ਹੋ ਗਈਆਂ। ਸੁੱਖ ਸਰਕਾਰੀ ਕੋਲ ਜਾਣ ਤੋਂ ਪਹਿਲਾਂ ਪੁੱਛ ਲਿਆ ਕਰੋ ਕਿ ਰੇਤੇ ਦੀ ਜਿਹੜੀ ਖਨਨ ਜਿਹੜੀ ਹੈਗੀ ਆ ਉਹ ਕਿੰਨੇ ਕੁ ਫੁੱਟ ਡੂੰਘੀ ਚਲੀ ਗਈ ਦਰਿਆਵਾਂ ਦੇ ਵਿੱਚ ਤੇ ਕਿਹਨੇ ਕਿੰਨੇ ਪੈਸੇ ਲਏ। ਸੋ ਮੈਂ ਤਾਂ ਇਹੀ ਕਹੂੰਗਾ ਕਿ ਪ੍ਰਧਾਨ ਬਣਨ ਤੋਂ ਬਾਅਦ ਤੁਹਾਡਾ ਫਰਜ਼ ਬਣਦਾ ਤੁਸੀਂ ਹੁਣ ਹੱਲ ਕਰੋ। ਇਹ ਨਾ ਕਿਹਾ ਕਰੋ ਕਿ ਜੇ ਸਾਡੀ ਸਰਕਾਰ ਆ ਗਈ ਅਸੀਂ ਆਹ ਕਰ ਦਾਂਗੇ, ਸਰਕਾਰ ਤੁਹਾਡੀ ਹੀ ਹੈ। 2022 की तैयारी में लगे हुए हैं नवजोत सिंह सिद्धू, लगातार प्रचार में जुट गए हैं, लगातार कांग्रेस के वर्करों के साथ बैठक कर रहे हैं। लगता है कि 2022 की तैयारी शुरू कर दिया उन्होंने। देखो जी करनी चाहिए उन्होंने, वो तो उन्होंने पार्टी है, उन्होंने प्रशांत किशोर ने शायद इस्तीफा देता तो ये तो उन्होंने पता, उन्होंने प्रधान वो ने। आम आदमी पार्टी वालों असी आलोचना नहीं करनी कि उन्होंने की किया उन्होंने की नहीं किया, ये तो सारिਆਂ ਨੂੰ पता है कि दोनों ने धोखा ही किया पंजाब नाल। आम आदमी पार्टी अपना ब्लूप्रिंट देगी, अपना रोड मैप देगी, ਅਸੀਂ ਲੋਕਾਂ ਲਈ ਕੀ ਕਰਾਂਗੇ। ਮੈਨੂੰ ਬੜੀ ਹੈਰਾਨੀ ਹੈ ਕਿ
ਜਿਸ ਐਮਐਲਏ ਦੇ ਉੱਤੇ ਸਾਰੇ ਜਿਹੜੇ ਸੈਂਡ ਮਾਫੀਆ ਦੇ ਜਾਲੀ ਸ਼ਰਾਬ ਵਿਕਾਉਣ ਦੇ ਜਰਾਲੀ ਸ਼ਰਾਬ ਦੀਆਂ ਫੈਕਟਰੀਆਂ ਦੇ ਦੋਸ਼ ਲੱਗਦੇ ਰਹੇ ਔਰ ਜਿਨ੍ਹਾਂ ਦੇ ਬਾਰੇ ਤੇ ਸਿੱਧੂ ਸਾਹਿਬ ਖੁਦ ਕਹਿੰਦੇ ਰਹੇ ਆ ਕਿ ਮੈਂ ਮਾਫੀਆ ਦੇ ਡਟ ਕੇ ਖਿਲਾਫ ਆ, ਮਾਫੀਆ ਐਕਸਪੋਜ਼ ਹੋਣਾ ਚਾਹੀਦਾ। ਕੱਲ ਮਦਨ ਲਾਲ ਜਲਾਲਪੁਰ ਨੂੰ ਉਹਦੇ ਘਰ ਜਾ ਕੇ ਸਿੱਧੂ ਸਾਹਿਬ ਨੇ ਸਪੋਰਟ ਦਿੱਤੀ ਹੈ, ਇਹ ਕਹਿ ਕਿ ਮੇਰੇ ਪਹਿਲੇ ਉਮੀਦਵਾਰ ਜਿਹੜੇ ਹੋਣਗੇ ਉਹ ਮਦਨ ਲਾਲ ਜਲਾਲਪੁਰ। ਸੋ ਜਿਵੇਂ ਮੈਂ ਗੱਲ ਕਰ ਰਿਹਾ ਸੀ ਗਗਨ ਜੀ ਕਿ ਦਲਜੀਤ ਚੀਮਾ ਦਾ ਤਾਂ ਹੈ, ਹਰਪਾਲ ਚੀਮਾ ਦਾ ਵੀ ਆਮ ਆਦਮੀ ਪਾਰਟੀ ਦੇ ਬਿਆਨ ਹੈ। ਹੁਣ ਆਮ ਆਦਮੀ ਪਾਰਟੀ ਦੀ ਦਿੱਲੀ ਬੈਠਕ ਹੋਈ, ਉਹ 'ਚ ਰਣਨੀਤੀ ਬਣੀ ਵੀ ਸਿੱਧੂ ਤਾਂ ਕਾਂਗਰਸ 'ਚ ਚਲਾ ਗਿਆ, ਜਿਹਦੇ ਕਰਕੇ ਆਮ ਆਦਮੀ ਪਾਰਟੀ ਦੀ ਜਿਹੜੀ ਹਵਾ ਬਣ ਰਹੀ ਸੀ ਉਹ ਟੁੱਟੀ, ਕਿਉਂਕਿ ਪਹਿਲਾਂ ਉਮੀਦ ਸੀ ਲੋਕਾਂ ਨੂੰ ਕਿ ਸਿੱਧੂ ਆਪ ਚ ਆਊਗਾ। ਦੇਖੋ, ਅਗਰ ਸਿੱਧੂ ਆਪ ਚ ਆ ਜਾਂਦਾ ਫਿਰ ਤਾਂ ਸਰਕਾਰ ਆਪ ਦੀ ਪੱਕੀ ਸੀ। ਹੁਣ ਸਿੱਧੂ ਕਾਂਗਰਸ ਦਾ ਪ੍ਰਧਾਨ ਹੈ। ਹੁਣ ਆਮ ਆਦਮੀ ਪਾਰਟੀ ਦੀ ਹਵਾ ਉਸ ਤੋਂ ਬਾਅਦ ਮੱਧਮ ਪੈ ਗਈ। ਮਾਝੇ ਤੇ ਦੁਆਬੇ ਚ ਆਮ ਆਦਮੀ ਪਾਰਟੀ ਦਾ ਮਾਹੌਲ ਨਹੀਂ ਹੈ, ਉੱਥੇ ਉਮੀਦਵਾਰ ਲੱਭਣੇ ਪੈ ਰਹੇ ਨੇ ਆਮ ਆਦਮੀ ਪਾਰਟੀ ਨੂੰ। ਵਲੰਟੀਅਰਸ ਨੂੰ ਤਾਕਤ ਨਹੀਂ ਦਿੱਤੀ ਆਮ ਆਦਮੀ ਪਾਰਟੀ ਨੇ। ਅਗਰ ਵਲੰਟੀਅਰਸ ਨੂੰ 4.5 ਸਾਲਾਂ ਚ ਆਮ ਆਦਮੀ ਪਾਰਟੀ ਤਾਕਤ ਦੇ ਕੇ ਰੱਖਦੀ ਤੇ ਅੱਜ ਲਹਿਰ ਬਣੀ ਹੋਣੀ ਸੀ ਮਾਝੇ ਤੇ ਦੁਆਬੇ ਚ ਆਮ ਆਦਮੀ ਪਾਰਟੀ। ਸਿਰਫ ਸਾਡੇ ਜਿਹੜੇ ਸਾਬਕਾ IAS ਅਫਸਰ ਨੇ, ਜਿਹੜੇ ਕੁੰਵਰ ਵਿਜੇ ਪ੍ਰਤਾਪ, ਉਹਨਾਂ ਦੇ ਆਉਣ ਨਾਲ ਇੱਕ ਸੀਟ ਤੇ ਤਾਕਤ ਆਈ ਹੈ। ਕੁੰਵਰ ਵਿਜੇ ਪ੍ਰਤਾਪ ਮੈਨੂੰ ਲੱਗਦਾ ਜ਼ਰੂਰ ਜਿੱਤ ਜਾਣਗੇ। ਆਮ ਆਦਮੀ ਪਾਰਟੀ ਦਾ ਖਾਤਾ ਤਾਂ ਖੁੱਲੂਗਾ ਮਾਝੇ 'ਚ। ਹੋਰ ਕਿੰਨੀਆਂ ਸੀਟਾਂ ਜਿੱਤਦੀਆਂ ਨੇ ਉਮੀਦਵਾਰਾਂ ਤੇ ਨਿਰਭਰ ਕਰਦਾ। ਅਗਰ ਤਾਂ ਵਲੰਟੀਅਰਸ ਨੂੰ ਦੇਣਗੇ ਗੱਲ ਤੁਰੂ। ਮਾਲਵੇ 'ਚ ਵੀ ਮੱਠੀ ਗੱਲ ਤੁਰੀ ਆਮ ਆਦਮੀ ਪਾਰਟੀ ਦੀ। ਪਰ ਉਮੀਦਵਾਰ ਦਿੱਕਤ ਕੀ ਹੈ ਗਗਨ ਜੀ, ਕਿ ਇਹ ਖੁਦ ਉਮੀਦਵਾਰ ਕੋਈ ਕਾਂਗਰਸ ਚੋਂ ਲੱਭ ਕੇ ਲਿਆ ਰਹੇ ਨੇ, ਕੋਈ ਅਕਾਲੀ ਦਲ ਚੋਂ ਲੱਭ ਕੇ ਲਿਆ ਰਹੇ ਨੇ। ਰਵਾਇਤੀ ਪਾਰਟੀਆਂ ਦਾ ਬਦਲ ਦੇਣਾ ਆਮ ਆਦਮੀ ਪਾਰਟੀ ਨੇ। ਅਸੀਂ ਬੜੀ ਆਸ ਰੱਖਦੇ ਹਾਂ ਕੇਜਰੀਵਾਲ ਤੋਂ, ਆਮ ਆਦਮੀ ਪਾਰਟੀ ਤੋਂ, ਪਰ ਆਪਣੇ ਵਲੰਟੀਅਰਸ ਨੂੰ ਤਵੱਜੋ ਦੇਣ, ਐਲਾਨ ਕਰਨ। ਮੈਂ ਤਾਂ ਕਹੂੰਗਾ ਅਰਵਿੰਦ ਕੇਜਰੀਵਾਲ ਜਿਵੇਂ ਸਿੱਧੂ ਐਲਾਨ ਕਰੇ, ਸਿੱਧੂ ਵੀ ਐਲਾਨ ਕਰੇ ਵੀ ਕਿਸੇ ਨਸ਼ੇ ਦੇ ਕਾਰੋਬਾਰੀ ਨੂੰ, ਕਿਸੇ ਸ਼ਰਾਬ ਦੇ ਕਾਰੋਬਾਰੀ ਨੂੰ, ਕਿਸੇ ਰੇਤੇ ਦੇ ਮਾਫੀਏ ਦੇ ਵਿੱਚ ਸ਼ਾਮਲ ਕਾਂਗਰਸੀ ਲੀਡਰ ਨੂੰ, ਕਿਸੇ ਵੀ ਸ਼ਰਾਬ ਦੀ ਫੈਕਟਰੀ ਵਾਲੇ ਲੀਡਰ ਨੂੰ ਸਿੱਧੂ ਟਿਕਟ ਦੀ ਵਕਾਲਤ ਨਹੀਂ ਕਰੂਗਾ। ਸਿੱਧੂ ਨੂੰ ਵੀ ਐਲਾਨ ਕਰਨਾ ਚਾਹੀਦਾ ਤੇ ਕੇਜਰੀਵਾਲ ਨੂੰ ਵੀ ਐਲਾਨ ਕਰਨਾ ਚਾਹੀਦਾ ਵੀ ਅਸੀਂ ਵੀ ਨਾ ਅਕਾਲੀ ਦਲ ਚੋਂ ਉਮੀਦਵਾਰ ਲਿਆਵਾਂਗੇ, ਨਾ ਕਾਂਗਰਸ ਚੋਂ ਲਿਆਵਾਂਗੇ। ਅਸੀਂ ਆਮ ਲੋਕਾਂ ਨੂੰ, ਵਲੰਟੀਅਰਸ ਨੂੰ ਟਿਕਟਾਂ ਦੇਵਾਂਗੇ ਤਾਂ ਕਿ ਲੋਕਾਂ ਨੂੰ ਰਵਾਇਤੀ ਬਦਲ ਮਿਲੇ। ਤੇ ਕੇਜਰੀਵਾਲ ਵੀ ਕਵੇ ਨਾ ਅਸੀਂ ਸ਼ਰਾਬ ਦੇ ਕਾਰੋਬਾਰੀ ਨੂੰ ਦੇਵਾਂਗੇ, ਨਾ ਰੇਤੇ ਦੇ ਕਾਰੋਬਾਰੀ ਨੂੰ। ਇਹ ਇਕੱਲੇ ਸਿੱਧੂ ਦੀ ਗੱਲ ਨਹੀਂ, ਜਿਹੜਾ ਸਵਾਲ ਦਲਜੀਤ ਚੀਮਾ ਜੀ ਵੀ ਕਰ ਰਹੇ ਨੇ ਨਾ, ਅਕਾਲੀ ਦਲ ਵਾਲੇ, ਉਹ ਸੁਖਬੀਰ ਅੱਗੇ ਵੀ ਕਹਿਣ ਵੀ ਸੁਖਬੀਰ ਜੀ ਤੁਸੀਂ ਵੀ ਐਲਾਨ ਕਰੋ, ਨਾ ਕੋਈ ਰੇਤੇ ਦਾ ਕਾਰੋਬਾਰੀ ਟਿਕਟ ਦੇਵਾਂਗੇ, ਨਾ ਸ਼ਰਾਬ ਦੇ ਕਾਰੋਬਾਰੀ ਨੂੰ ਟਿਕਟ ਦੇਵਾਂਗੇ। ਅਕਾਲੀ ਦਲ ਤੇ ਕਾਂਗਰਸ ਦੇ ਕਿੱਡੀ ਗਿਣਤੀ ਲੀਡਰ ਨੇ ਜਿਨ੍ਹਾਂ ਦਾ ਕੰਮ ਹੀ ਸ਼ਰਾਬ ਦਾ। ਇੱਕ MLA ਬਣ ਜਾਂਦੇ ਨੇ, ਮੰਤਰੀ ਬਣ ਜਾਂਦੇ ਨੇ, ਮੁੜ ਕੇ ਆਪਣੇ ਸ਼ਰਾਬ ਦੇ ਕੰਮ ਚਲਾਉਂਦੇ ਨੇ ਤੇ ਲੋਕਾਂ ਨੂੰ ਇਹ ਵਾਅਦੇ ਕਰਦੇ ਨੇ ਵੀ ਅਸੀਂ ਰਾਜ ਨਹੀਂ ਸੇਵਾ। ਸੋ ਇਹ ਆਮ ਆਦਮੀ ਪਾਰਟੀ ਨੂੰ ਵੀ ਇਹ ਜ਼ਾਬਤਾ ਲਾਗੂ ਕਰਨਾ ਪੈਣਾ ਆਪਣੇ ਤੇ। ਇਕੱਲੇ ਸਿੱਧੂ ਦੇ ਅੱਗੇ ਸਵਾਲ ਚੱਕ ਕੇ ਗੱਲ ਨਹੀਂ ਬਣਨੀ, ਜਵਾਬ ਸਿੱਧੂ ਨੂੰ ਵੀ ਦੇਣਾ ਪੈਣਾ ਵੀ ਟਿਕਟਾਂ ਨਹੀਂ ਦੇਣੀਆਂ ਸਿੱਧੂ ਸਾਹਿਬ ਇਹਨਾਂ ਨੂੰ। ਅਗਰ ਦਓਗੇ ਤੇ ਤੁਹਾਡੀ ਵੀ ਛਵੀ ਨੂੰ ਖਰਾਬੀ ਹੋਊਗੀ। ਅਕਾਲੀ ਦਲ ਵੀ ਤਹਈਆ ਕਰੇ ਤੇ ਕੇਜਰੀਵਾਲ ਵੀ ਕਰੇ। ਔਰ ਦੂਜੀ ਗੱਲ, ਇਹ ਨਸ਼ੇ ਵਾਲੀ ਗੱਲ ਵੀ ਮੈਂ ਦੇਖ ਰਿਹਾ ਸੀ, ਹਰਪਾਲ ਚੀਮਾ ਜੀ ਦਾ ਇਲਜ਼ਾਮ ਆਇਆ ਸਿੱਧੂ ਤੇ ਵੀ ਆ ਨਸ਼ੇ ਵਾਲੇ ਨੇ ਜਿਹੜੇ ਵੀ ਪਹਿਲਾਂ ਕੈਪਟਨ ਦੀ ਸਰਪ੍ਰਸਤੀ ਸੀ, ਹੁਣ ਤੁਹਾਡੇ ਨਾਲ ਤੁਰੇ ਫਿਰਦੇ ਨੇ। ਬੜੀ ਸਿੱਧੀ ਜੀ ਗੱਲ ਹੈ, ਹਰਪਾਲ ਚੀਮਾ ਜੀ ਤੁਹਾਡੇ ਨਾਲ ਸਹਿਮਤ ਹਾਂ ਵੀ ਸਿੱਧੂ ਇਹਦੇ ਤੇ ਜਵਾਬ ਦੇਵੇ। ਪਰ ਹਰਪਾਲ ਚੀਮਾ ਜੀ, ਮੈਂ ਬਹੁਤ ਤੁਹਾਡਾ ਧੰਨਵਾਦ ਕਰੂੰਗਾ, ਇੱਕ ਵਾਰ ਕੇਜਰੀਵਾਲ ਤੋਂ ਪੁੱਛ ਲਓ ਵੀ ਵਿਕਰਮ ਮਜੀਠੀਏ ਤੋਂ ਮਾਫੀ ਕੀ ਮੰਗਣ ਦੀ ਲੋੜ ਸੀ। ਸਵਾਲ ਵਿਰੋਧੀ ਵੀ ਚੱਕਦੇ ਸੀ ਵੀ ਕੇਜਰੀਵਾਲ ਨੇ ਮਾਫੀ ਕੀ ਮੰਗੀ, ਉਹਦੇ ਪਿੱਛੇ ਕੀ ਸਮਝੌਤਾ ਹੋਇਆ ਸੀ। ਔਰ ਜਿਵੇਂ ਜਿਵੇਂ ਸਿੱਧੂ ਤੇ ਆਮ ਆਦਮੀ ਪਾਰਟੀ ਵਾਲੇ ਸਵਾਲ ਚੱਕਣਗੇ ਗਗਨ ਜੀ, ਕੇਜਰੀਵਾਲ ਦੇ ਵੀ ਆਉਂਦੇ ਦਿਨਾਂ 'ਚ ਸਵਾਲ ਚੱਕੇ ਜਾਣੇ ਨੇ। ਔਰ ਮੈਨੂੰ ਪੱਕਾ ਭਰੋਸਾ ਹੈ ਅਕਾਲੀ ਦਲ ਵਾਲੇ, ਪੋਲੀਟੀਕਲ ਪਾਰਟੀਆਂ, ਕਿਸੇ ਵੀ ਪੋਲੀਟੀਕਲ ਪਾਰਟੀ ਨੇ ਗਗਨ ਜੀ ਚੂੜੀਆਂ ਨਹੀਂ ਪਾਈਆਂ। ਜਿਵੇਂ ਜਿਵੇਂ ਚੋਣਾਂ ਨੇੜੇ ਆਉਣੀਆਂ ਨੇ, ਕੋਈ ਵੱਡੀ ਗੱਲ ਨਹੀਂ। ਜਿਹੜੀ ਉਹ ਮਾਫੀ ਵਾਲੀ ਚਿੱਠੀ ਸੀ ਅਰਵਿੰਦ ਕੇਜਰੀਵਾਲ ਦੀ, ਕੋਈ ਵੱਡੀ ਗੱਲ ਨਹੀਂ, ਉਹ ਪੰਜਾਬ 'ਚ ਬੋਰਡਾਂ ਤੇ ਛਪ ਜੇ। ਕਿਉਂਕਿ ਕੇਜਰੀਵਾਲ ਨੇ ਜਿਹੜੇ ਵਾਅਦੇ, ਜਿਹੜਾ ਦਾਅਵਾ ਕੀਤਾ ਸੀ ਕਿ ਉਹ ਵਿਅਕਤੀ ਨਸ਼ੇ ਦਾ ਕਾਰੋਬਾਰੀ ਹੈ, ਉਹਦਾ ਬੋਰਡ ਲਾਓ, ਤੇ ਹੁਣ ਉਹ ਮਾਫੀ ਦੀ ਚਿੱਠੀ ਵੀ ਅਕਾਲੀ ਦਲ ਬੋਰਡਾਂ ਦੇ ਉੱਤੇ ਛਾਪ ਸਕਦਾ। ਸੋ ਇਦਾਂ ਦੀ ਸਿਆਸਤ ਮੈਨੂੰ ਹੁੰਦੀ ਨਜ਼ਰ ਆਉਂਦੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ। ਸੋ ਇਸ ਕਰਕੇ ਕੋਈ ਵੀ ਪੋਲੀਟੀਕਲ ਪਾਰਟੀ ਗਗਨ ਜੀ, ਮੈਂ ਇਹ ਕਹੂੰਗਾ ਆਪਣੇ ਕਹੇ ਤੇ 100% ਪੂਰੀ ਨਹੀਂ ਉਤਰਦੀ। ਇਹੀ ਸਾਡੇ ਪੰਜਾਬ ਦੀ ਬਦਕਿਸਮਤੀ ਹੈ। ਅਸੀਂ ਭਰੋਸਾ ਅੱਖਾਂ ਬੰਦ ਕਰਕੇ ਕਰੀਏ ਤਾਂ ਕਿਹਦੇ ਤੇ ਕਰੀਏ। ਤੇੜੇਲਾ ਸਾਹਿਬ, ਉਧਰ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਹੋਣਾ ਦੇ ਵੱਲ ਵੀ ਵਧੀਏ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਿੰਸੀਪਲ ਸਲਾਹਕਾਰ ਦੇ ਵਜੋਂ ਨਿਯੁਕਤ ਕੀਤੇ ਸੀ ਪ੍ਰਸ਼ਾਂਤ ਕਿਸ਼ੋਰ, ਕਹਿੰਦੇ ਉਹ ਵੀ ਅਸਤੀਫਾ ਦੇ ਗਏ। ਉਹ ਕਹਿੰਦੇ ਕਿ ਮੈਂ ਹੁਣ ਇਸ ਚੀਜ਼ ਤੋਂ ਬ੍ਰੇਕ ਲੈਣਾ ਚਾਹੁੰਦਾ। ਇਹ ਤਾਂ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਜੋੜ ਕੇ ਵੇਖੀਏ ਤਾਂ ਕਿੰਨਾ ਕੁ ਵੱਡਾ ਝਟਕਾ ਮੰਨਦੇ ਹੋ ਕੈਪਟਨ ਅਮਰਿੰਦਰ ਸਿੰਘ ਹੋਣਾ ਲਈ ਹੈ? ਦੇਖੋ, ਕੈਪਟਨ ਅਮਰਿੰਦਰ ਸਿੰਘ ਨੂੰ ਤਾਂ ਝਟਕਾ ਹੈ ਹੀ ਹੈ, ਪਰ ਤੁਹਾਨੂੰ ਯਾਦ ਹੋਣਾ ਜਦੋਂ ਪ੍ਰਸ਼ਾਂਤ ਕਿਸ਼ੋਰ ਆਇਆ ਸੀ, ਮੈਂ ਬਾਰ-ਬਾਰ ਤੁਹਾਨੂੰ ਕਹਿੰਦਾ ਸੀ ਕਿ ਕੋਈ ਵੱਡੀ ਗੱਲ ਨਹੀਂ,
ਕਿ ਰਾਹੁਲ ਗਾਂਧੀ ਨੇ ਹੀ ਪ੍ਰਸ਼ਾਂਤ ਕਿਸ਼ੋਰ ਨੂੰ ਭੇਜਿਆ ਹੋਵੇ ਕਿ ਜਾਓ ਪੰਜਾਬ 'ਚ ਜਾਓ, ਜਿਹੜਾ ਕੰਮ ਹਰੀਸ਼ ਰਾਵਤ ਨਹੀਂ ਕਰ ਸਕਿਆ ਤੁਸੀਂ ਕਰੋ। ਸੋ ਕੋਈ ਵੱਡੀ ਗੱਲ ਨਹੀਂ ਕਿ ਪ੍ਰਸ਼ਾਂਤ ਕਿਸ਼ੋਰ ਨੂੰ ਰਾਹੁਲ ਗਾਂਧੀ ਨੇ ਹੀ ਭੇਜਿਆ ਹੋਵੇ ਔਰ ਕੈਪਟਨ ਅਮਰਿੰਦਰ ਨੂੰ ਸੁਜੈਸਟ ਕੀਤਾ ਹੋਵੇ ਕਿ ਤੁਸੀਂ ਪ੍ਰਸ਼ਾਂਤ ਕਿਸ਼ੋਰ ਨੂੰ ਨਿਯੁਕਤ ਕਰੋ, ਔਰ ਇਹਦੇ ਪਿੱਛੇ ਲੁਕਵੀਂ ਰਣਨੀਤੀ ਹੋਵੇ ਰਾਹੁਲ ਗਾਂਧੀ ਦੀ। ਕੋਈ ਵੱਡੀ ਗੱਲ ਨਹੀਂ। ਪ੍ਰਸ਼ਾਂਤ ਕਿਸ਼ੋਰ ਦੀਆਂ ਕਈ ਮੀਟਿੰਗਾਂ ਹੋਈਆਂ ਨੇ ਰਾਹੁਲ ਗਾਂਧੀ ਨਾਲ, ਔਰ ਜਿਹੜੇ ਵੱਖ-ਵੱਖ ਸਰਵੇ ਪੰਜਾਬ 'ਚ ਹੋਏ ਨੇ, ਜਿਹੜੀਆਂ ਟਿਕਟਾਂ ਕੱਟਣ ਦੀਆਂ ਗੱਲ ਹੁੰਦੀਆਂ ਨੇ ਵੀ ਰੇਤੇ ਦੇ ਕਾਰੋਬਾਰੀਆਂ ਦੀਆਂ ਟਿਕਟਾਂ ਕੱਟੀਆਂ ਜਾਣੀਆਂ, ਸ਼ਰਾਬ ਦੇ ਕਾਰੋਬਾਰੀਆਂ ਦੀਆਂ ਟਿਕਟਾਂ ਕੱਟੀਆਂ ਜਾਣੀਆਂ, ਠੇਕੇਦਾਰੀ ਕਰਦੇ ਲੀਡਰਾਂ ਦੀਆਂ ਟਿਕਟਾਂ ਕੱਟੀਆਂ ਜਾਣੀਆਂ, ਜਿਹੜੇ ਸਰਕਾਰੀ ਫਾਇਦੇ ਲੈਂਦੇ ਨੇ, ਕਿਸੇ ਨੇ ਉਦਯੋਗ ਲਾ ਲਿਆ, ਕਿਸੇ ਨੇ ਕਾਸੇ ਦਾ, ਕਿਸੇ ਨੇ ਕਾਸੇ ਦਾ, ਕਈ ਲੀਡਰ ਨੇ ਇਸ਼ਤਿਹਾਰੀ ਬੋਰਡਾਂ ਦਾ ਕੰਮ ਕਰਦੇ ਨੇ। ਇਹ ਵੱਡੀ ਗਿਣਤੀ ਐਤਕੀ ਟਿਕਟਾਂ ਜਿਹੜੀਆਂ ਰਾਹੁਲ ਗਾਂਧੀ ਨੇ ਕੱਟਣੀਆਂ ਨੇ, ਕਿਉਂਕਿ ਪ੍ਰਸ਼ਾਂਤ ਕਿਸ਼ੋਰ ਨੇ ਵੀ ਰਿਪੋਰਟਾਂ ਬਣਾਈਆਂ, ਸਰਵੇਖਣ ਪ੍ਰਸ਼ਾਂਤ ਕਿਸ਼ੋਰ ਨੇ ਵੀ ਕੀਤੇ ਨੇ ਪੰਜਾਬ 'ਚ, ਔਰ ਰਾਹੁਲ ਗਾਂਧੀ ਦੀਆਂ ਟੀਮਾਂ ਨੇ ਵੀ ਕੀਤੇ ਨੇ। ਹੁਣ ਇਹ ਨਹੀਂ ਪਤਾ ਕਿ ਪਿੱਛੇ ਸਾਰਿਆਂ ਦੀ ਪ੍ਰਸ਼ਾਂਤ ਕਿਸ਼ੋਰ ਹੈ ਜਾਂ ਪ੍ਰਸ਼ਾਂਤ ਕਿਸ਼ੋਰ ਦੀ ਸਲਾਹ ਤੇ ਰਾਹੁਲ ਗਾਂਧੀ ਦੀਆਂ ਟੀਮਾਂ ਨੇ ਕੰਮ ਕੀਤਾ। ਗਗਨ, ਇਸ ਵਾਰ ਕਾਂਗਰਸ ਦੇ ਵਿੱਚ 50% ਟਿਕਟਾਂ ਦੀ ਮੈਨੂੰ ਸੰਭਾਵਨਾ ਕੱਟੀਆਂ ਜਾਣੀਆਂ। ਆ ਜਿਹੜੇ ਸਵਾਲ ਕਰਦੇ ਨੇ ਨਾ ਦਲਜੀਤ ਚੀਮਾ ਜੀ, ਹਰਪਾਲ ਚੀਮਾ ਜੀ, ਸਿੱਧੂ ਅੱਗੇ ਵੀ ਤੁਸੀਂ ਇਹਨਾਂ ਦੀ ਸਰਪ੍ਰਸਤੀ ਕਰ ਰਹੇ ਹੋ, ਇਹ ਪਤਾ ਉਦੋਂ ਹੀ ਲੱਗਣਾ ਜਦੋਂ 4 ਮਹੀਨਿਆਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਐਲਾਨ ਕਰਨਾ ਹੈ ਜਾਂ ਰਾਹੁਲ ਗਾਂਧੀ ਨੇ ਐਲਾਨ ਕਰਨਾ ਹੈ ਵੀ ਜਿਹਦਾ ਕੰਮ ਸ਼ਰਾਬ ਦਾ ਸੀ, ਜਿਹਦਾ ਰੇਤੇ ਦਾ ਸੀ, ਜਿਹੜੇ ਠੇਕੇਦਾਰ ਸੀ, ਸਾਰਿਆਂ ਦੀਆਂ ਟਿਕਟਾਂ ਕੱਟੀਆਂ ਜਾਣਗੀਆਂ। ਇਹ ਪਤਾ ਉਦੋਂ ਹੀ ਲੱਗਣਾ ਕਿ ਸਿੱਧੂ ਦਾ ਏਜੰਡਾ ਕੀ ਹੈ, ਰਾਹੁਲ ਗਾਂਧੀ ਤੇ ਪ੍ਰਸ਼ਾਂਤ ਕਿਸ਼ੋਰ ਦਾ ਏਜੰਡਾ ਕੀ ਹੈ। ਇੱਕ ਗੱਲ ਸਾਫ਼ ਹੋ ਗਈ, ਸਿੱਧੂ, ਪ੍ਰਸ਼ਾਂਤ ਕਿਸ਼ੋਰ ਤੇ ਰਾਹੁਲ ਗਾਂਧੀ, ਇਹ ਤਿੰਨਾਂ ਦੀ ਤਿਕੜੀ ਕੋਈ ਚੁੱਪ ਚਪੀਤੇ ਰਣਨੀਤੀ ਤੇ ਕੰਮ ਕਰ ਰਹੀ ਹੈ। ਗਗਨ ਜੀ, ਪ੍ਰਸ਼ਾਂਤ ਕਿਸ਼ੋਰ ਵੀ ਠੀਕ ਹੈ, ਪਿਛਲੀ ਵਾਰੀ ਕੈਪਟਨ ਅਮਰਿੰਦਰ ਨੂੰ ਅੱਗੇ ਲਾ ਕੇ ਪ੍ਰਸ਼ਾਂਤ ਕਿਸ਼ੋਰ ਵੱਡੇ ਵੱਡੇ ਵਾਅਦੇ ਕੀਤੇ। ਮੈਂ ਸਹਿਮਤ ਨਹੀਂ ਕਿ ਫਾਰਮ ਭਰਵਾ ਲਓ, ਸਾਰਿਆਂ ਦਾ ਕਰਜ਼ਾ ਮਾਫ ਕਰਾਂਗੇ, ਮੋਬਾਈਲ ਦੇ ਦਿਆਂਗੇ ਮੁੰਡਿਆਂ ਨੂੰ। ਉਹ ਪ੍ਰਸ਼ਾਂਤ ਕਿਸ਼ੋਰ ਦੀਆਂ ਗੱਲਾਂ ਬਿਲਕੁਲ ਚੰਗੀਆਂ ਨਹੀਂ ਸੀ। ਐਤਕੀ ਪ੍ਰਸ਼ਾਂਤ ਕਿਸ਼ੋਰ ਉਸ ਪਾਸੇ ਨਾ ਜਾਵੇ, ਜਿਹੜੀਆਂ ਚੀਜ਼ਾਂ ਹੋ ਸਕਦੀਆਂ ਨੇ ਉਹਨਾਂ ਦੇ ਉੱਤੇ ਕੰਮ ਕਰੇ। ਔਰ ਕੈਪਟਨ ਅਮਰਿੰਦਰ ਨੂੰ ਇਹਦੇ 'ਚ ਕੋਈ ਵੱਡੀ ਗੱਲ ਨਹੀਂ ਗਗਨ, ਵੱਡਾ ਝਟਕਾ, ਕਿਉਂਕਿ ਲੱਗਦਾ ਇਹ ਸੀ ਵੀ ਕੈਪਟਨ ਅਮਰਿੰਦਰ ਨੂੰ ਅਗਲੇ ਚਿਹਰੇ ਦੇ ਤੌਰ ਤੇ ਪੇਸ਼ ਕਰਨ ਲਈ ਪ੍ਰਸ਼ਾਂਤ ਕਿਸ਼ੋਰ ਰਣਨੀਤੀ ਬਣਾਉਣਗੇ। ਹੁਣ ਉਹ ਤਾਂ ਅੱਧ ਵਿਚਕਾਰ ਹੀ ਛੱਡ ਗਿਆ ਕੈਪਟਨ ਅਮਰਿੰਦਰ ਨੂੰ। ਸੋ ਮੈਂ ਅੱਜ ਵੀ ਖੜਾ, ਅਗਲੇ 1.5-2 ਮਹੀਨਿਆਂ ਦੇ ਵਿੱਚ ਕਾਂਗਰਸ 'ਚ ਵੱਡਾ ਫੇਰਬਦਲ ਹੋਊਗਾ। 1.5-2 ਮਹੀਨੇ ਲੱਗ ਸਕਦੇ ਨੇ, ਔਰ ਬਹੁਤ ਵੱਡਾ ਫੇਰਬਦਲ ਹੋਊਗਾ। ਕੁਝ ਵੀ ਹੋ ਸਕਦਾ। ਜਿਵੇਂ ਅਸੀਂ ਸਕੂਲ 'ਚ ਪੜ੍ਹਦੇ ਸੀ ਨਾ ਗਗਨ, ਮੈਂ ਤਾਂ ਸਰਕਾਰੀ ਸਕੂਲ 'ਚ ਵੀ ਪੜ੍ਹਿਆ, ਅਸੀਂ ਤਾਂ ਟਾਟ ਵਾਲੇ ਸਕੂਲ 'ਚ ਵੀ ਪੜ੍ਹੇ ਆ। ਬੜੀ ਸ਼ਾਨ ਨਾਲ ਅਸੀਂ ਆਪਣਾ ਟਾਟ ਵਿਛਾ ਕੇ ਆਪਣੀ ਫਟੀ ਫੁੱਟੀ ਸਾਫ਼ ਕਰਦੇ ਰਹੇ ਹਾਂ। ਤੇ ਉੱਥੇ ਮਾਸਟਰ ਜੀ ਕਈ ਵਾਰੀ ਜਦੋਂ ਅਸੀਂ ਫੱਟੀ ਤੇ ਲਿਖਦੇ ਸੀ ਨਾ ਗਗਨ ਜੀ, ਤੇ ਅਸੀਂ ਗਲਤ ਲਿਖ ਲੈਂਦੇ ਸੀ, ਤੇ ਫਿਰ ਸਾਡੇ ਮਾਸਟਰ ਜੀ ਕਹਿੰਦੇ ਸੀ ਫੱਟੀ ਪੋਚੋ, ਡੱਲਾ ਨਵੇਂ ਸਿਰੇ ਤੋਂ ਲਿਖ। ਤੇ ਫਿਰ ਊੜਾ ਆੜਾ ਜਾਂ ਜੋ ਵੀ ਅਸੀਂ ਲਿਖਦੇ ਸੀ ਪਹਿਲੀਆਂ ਕਲਾਸਾਂ ਤੋਂ ਹੌਲੀ ਹੌਲੀ, ਤੇ ਫਿਰ ਅਸੀਂ 8ਵੀਂ 'ਚ ਤਾਂ ਨਹੀਂ ਸੀ ਊੜਾ ਆੜਾ ਖੈਰ ਲਿਖਦੇ, ਜੋ ਵੀ ਅਸੀਂ ਲਿਖਦੇ ਹੁੰਦੇ ਸੀ ਸਮੇਂ ਸਮੇਂ ਤੇ ਕੋਈ ਡਰਾਇੰਗ ਬਣਾਉਣੀ, ਕੋਈ ਸਵਾਲ ਕੱਢਣਾ, ਫਿਰ ਉਹ ਮਟੇ ਕੇ ਨਵੇਂ ਸਿਰੇ ਤੋਂ ਲਿਖਣਾ। ਸੋ ਮੈਨੂੰ ਲੱਗਦਾ ਪ੍ਰਸ਼ਾਂਤ ਕਿਸ਼ੋਰ ਤੇ ਰਾਹੁਲ ਗਾਂਧੀ ਤੇ ਨਾਲ ਸਿੱਧੂ, ਇਹ ਕਾਂਗਰਸ ਨੂੰ ਐਨ ਫੱਟੀ ਨੂੰ ਸਾਫ਼ ਕਰਕੇ ਨਵੇਂ ਸਿਰੇ ਤੋਂ ਨਵੇਂ ਉਮੀਦਵਾਰ ਉਤਾਰਨਗੇ ਐਤਕੀ ਮੈਦਾਨ ਦੇ ਵਿੱਚ। ਇਹ ਮੈਨੂੰ ਇਹ ਉਮੀਦਾਂ ਬਣਨ ਲੱਗ ਗਈਆਂ। ਪੰਜਾਬ ਸਰਕਾਰ ਦੇ ਵਿੱਚ ਪ੍ਰਸ਼ਾਂਤ ਕਿਸ਼ੋਰ ਨੂੰ ਲਿਆ ਕੇ ਸਲਾਹਕਾਰ ਦਾ ਅਹੁਦਾ ਦਿੱਤਾ ਗਿਆ, ਕੋਠੀਆਂ ਦਿੱਤੀਆਂ ਗਈਆਂ, ਦਫ਼ਤਰ ਦਿੱਤੇ ਗਏ, ਗੱਡੀਆਂ ਦਿੱਤੀਆਂ ਗਈਆਂ, ਉਹ ਵੀ ਸਾਰੇ ਪੰਜਾਬ ਦੇ ਲੋਕਾਂ ਦੀਆਂ ਜੇਬਾਂ ਦੇ ਵਿੱਚੋਂ। ਪਰ ਜਦੋਂ ਕੇਂਦਰ ਦੀ ਇਹਨਾਂ ਦੀ ਲੀਡਰਸ਼ਿਪ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਨਾਲ ਨਵਜੋਤ ਸਿੰਘ ਸਿੱਧੂ ਨੂੰ 18 ਨਕਾਤੀ ਪ੍ਰੋਗਰਾਮ ਦਿੱਤਾ ਕਿ ਪੰਜਾਬ ਦੇ ਲੋਕਾਂ ਨਾਲ ਕੀਤੇ ਹੋਏ ਵਾਅਦੇ ਪਹਿਲਾਂ ਪੂਰੇ ਕਰੋ, ਤੇ ਪ੍ਰਸ਼ਾਂਤ ਕਿਸ਼ੋਰ ਨੇ ਬਾਰ-ਬਾਰ ਸਰਵੇ ਕਰਵਾਏ, ਤੇ ਉਹਨਾਂ ਸਰਵਿਆਂ ਦੇ ਵਿੱਚ ਆ ਰਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਬਣ ਜਾ ਰਹੀ ਹੈ ਔਰ ਡੁੱਬਦੀ ਬੇੜੀ ਵਿੱਚ ਕੌਣ ਬੈਠਦਾ। ਉਸੇ ਕਹਾਵਤ ਨੂੰ ਅੱਜ ਪੂਰਾ ਕੀਤਾ ਪ੍ਰਸ਼ਾਂਤ ਕਿਸ਼ੋਰ ਨੇ। ਤੇ ਡੱਲਾ ਸਾਹਿਬ, ਇਸ ਦੇ ਨਾਲ ਹੀ ਵਧਾਂਗੇ ਅਗਲੀ ਖਬਰ ਦੇ ਵੱਲ। ਹਾਲਾਂਕਿ ਪੂਰੇ ਮੁਲਕ ਦੇ ਲਈ ਪੂਰੇ ਗਰਵ ਤੇ ਮਾਣ ਵਾਲੀ ਗੱਲ ਸੀ ਕਿ ਟੋਕੀਓ ਓਲੰਪਿਕਸ ਦੇ ਵਿੱਚ ਭਾਰਤ ਦੀ ਝੋਲੀ ਦੇ ਵਿੱਚ ਜਿਹੜਾ ਕਾਂਸੇ ਦਾ ਤਗਮਾ ਪਿਆ। ਇਸ ਤੋਂ ਬਾਅਦ ਜੋ ਪੰਜਾਬ ਦੇ ਖਿਡਾਰੀ ਸੀ ਉਹਨਾਂ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ 1-1 ਕਰੋੜ ਦੇ ਇਨਾਮ ਰਾਸ਼ੀ ਦਾ ਐਲਾਨ ਕੀਤਾ ਗਿਆ ਹੈ। ਪਰ ਇਸ ਨੂੰ ਲੈ ਕੇ ਵੀ ਚਰਚਾਵਾਂ ਹੋਈਆਂ ਕਿ ਹਰਿਆਣੇ ਦਾ ਇੱਕ ਖਿਡਾਰੀ ਚਾਂਦੀ ਦਾ ਤਗਮਾ ਲੈ ਕੇ ਆਉਂਦਾ ਤੇ ਹਰਿਆਣਾ ਸਰਕਾਰ ਉਹਦੇ ਲਈ 4 ਕਰੋੜ ਦਾ ਐਲਾਨ ਕਰਦੀ ਹੈ, ਪਰ ਪੰਜਾਬ ਸਰਕਾਰ ਦੇ ਵੱਲੋਂ 1-1 ਕਰੋੜ ਦਾ ਐਲਾਨ ਕੀਤਾ ਗਿਆ। ਪੰਜਾਬ ਸਰਕਾਰ ਨੂੰ ਚਾਹੀਦਾ ਨਹੀਂ ਸੀ ਕਿ ਕਿਤੇ ਨਾ ਕਿਤੇ ਇਹਨਾਂ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਦੇ ਲਈ ਘੱਟੋ ਘੱਟ ਜਿਹੜੀ ਰਾਸ਼ੀ ਇਹ ਵਧਾ ਦਿੱਤੀ ਜਾਣੀ ਚਾਹੀਦੀ ਸੀ? ਜਗਨ, ਜਿਹੜੇ ਆਮ ਖਿਡਾਰੀ ਨੇ ਨਾ ਸਾਡੇ, ਉਹਨਾਂ ਦੀ ਪੈਰਵਾਈ ਕਰਨ ਵਾਲਾ ਕੋਈ ਨਹੀਂ। ਅੱਜ ਕਿਸੇ ਐਮਐਲਏ ਦੇ ਪੁੱਤ ਨੇ ਮੈਡਲ ਦਿੱਤਿਆ ਹੁੰਦਾ ਨਾ, ਹੁਣ ਤੱਕ ਉਹਨੂੰ ਐਸਪੀ ਦੀ ਪੋਸਟ ਨਿਯੁਕਤ ਕਰ ਦੇਣੀ ਸੀ ਵੀ ਉਹਨੂੰ ਡੀਐਸਪੀ ਜਾਂ ਅਸੀਂ ਐਸਪੀ ਭਰਤੀ ਕਰਾਂਗੇ। ਜਿਵੇਂ ਬਾਦਲ ਸਾਹਿਬ ਨੇ ਵੀ ਇੱਕ ਵੱਡੇ ਕਰੈਕਟਰ ਨੂੰ ਕਹਿਤਾ ਸੀ ਵੀ ਕਾਕਾ ਤੁਹਾਨੂੰ ਡੀਐਸਪੀ ਲਾਵਾਂਗੇ ਅਸੀਂ। ਉਹ ਸਾਡਾ ਇੱਕ ਹਾਕੀ ਦਾ ਖਿਡਾਰੀ ਵੀ ਲਾਇਆ ਸੀ ਪ੍ਰਕਾਸ਼ ਸਿੰਘ ਬਾਦਲ ਨੇ, ਜਿੱਥੋਂ ਤੱਕ ਮੈਨੂੰ ਯਾਦ ਹੈ ਗਗਨ ਅਜੀਤ ਸਿੰਘ, ਉਹਨੂੰ ਵੀ ਤਰੱਕੀ ਦਿੱਤੀ ਸੀ ਪੁਲਿਸ 'ਚ। ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਮੈਂ ਤਾਂ ਕਹੂੰਗਾ ਜਿੰਨੇ ਪੰਜਾਬ ਦੇ ਖਿਡਾਰੀ ਨੇ
ਉਹਨਾਂ ਸਾਰਿਆਂ ਨੂੰ ਤਾਂ ਨੌਕਰੀਆਂ ਦੇਣੀਆਂ ਚਾਹੀਦੀਆਂ ਨੇ। ਪੰਜਾਬ 'ਚ ਸਪੋਰਟਸ ਪਾਲਿਸੀ ਬਣਨੀ ਚਾਹੀਦੀ ਹੈ, ਇੱਕ ਖੇਡ ਨੀਤੀ ਬਣਨੀ ਚਾਹੀਦੀ ਹੈ ਜਿਹਦੇ ਤਹਿਤ ਖਿਡਾਰੀਆਂ ਨੂੰ ਨੌਕਰੀ ਮੰਗਣੀ ਨਾ ਪਵੇ। ਹੁਣ ਹੁੰਦਾ ਕੀ ਹੈ, ਸਾਡੇ ਖਿਡਾਰੀ ਮੈਡਲ ਜਿੱਤ ਕੇ ਮੰਤਰੀਆਂ ਦੇ ਗੇੜੇ ਕੱਢਣ ਨੂੰ ਮਜਬੂਰ ਨੇ। ਮੰਤਰੀਆਂ ਦੇ ਗੇੜੇ ਖਿਡਾਰੀ ਕਿਉਂ ਕੱਢਣ? ਗਗਨ, ਗੇੜੇ ਕੱਢਣ ਮੰਤਰੀ ਲੋਕਾਂ ਦੇ, ਗੋਡੀ ਹੱਥ ਲਾਉਣ ਵੀ ਪਾਓ ਸਾਨੂੰ ਵੋਟ ਜੀ, ਅਸੀਂ ਸੇਵਾ ਕਰਨੀ ਹੈ। ਸੋ ਇੱਕ ਖੇਡ ਨੀਤੀ ਬਣਨੀ ਚਾਹੀਦੀ ਹੈ ਕਿ ਕੋਈ ਵੀ ਖਿਡਾਰੀ ਨੇ ਜਿਹੜੇ ਵੱਖ-ਵੱਖ ਟੂਰਨਾਮੈਂਟ ਦੇ ਵਿੱਚ ਜਿੱਦਾਂ ਹੀ ਮੈਡਲ ਜਿੱਤਦੇ ਨੇ, ਉਹ ਇਸ ਨੌਕਰੀ ਦੇ ਹੱਕਦਾਰ ਹੋਣਗੇ ਔਰ ਆਪਣੀ ਨੌਕਰੀ ਅਪਲਾਈ ਕਰਨ ਔਰ ਉਹਨੂੰ ਜੁਆਇਨ ਕਰਨ। ਇਸ ਤਰੀਕੇ ਦੀ ਖੇਡ ਪਾਲਿਸੀ ਦੀ ਮੈਂ ਵਕਾਲਤ ਕਰਦਾ ਔਰ ਮੈਂ ਨਵਜੋਤ ਸਿੰਘ ਸਿੱਧੂ, ਸੁਖਬੀਰ ਬਾਦਲ, ਅਰਵਿੰਦ ਕੇਜਰੀਵਾਲ ਔਰ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਲੋਕ ਚੋਣ ਘੋਸ਼ਣਾ ਪੱਤਰ ਬਣਾਉਣਗੇ, ਮੈਂ 2-3 ਮੇਰੇ ਖਿਡਾਰੀ, ਕਿਉਂਕਿ ਮੈਂ ਵੀ ਕਿਸੇ ਸਮੇਂ ਖੇਡਦਾ ਰਿਹਾ ਗਗਨ, ਜਦੋਂ ਮੈਂ ਸਕੂਲ ਕਾਲਜ ਹੁੰਦਾ ਸੀ, ਸਕੂਲ ਕਾਲਜ ਦੇ ਦਿਨਾਂ 'ਚ ਮੈਂ ਖੇਡਿਆ, ਬਹੁਤ ਸਾਰੇ ਖਿਡਾਰੀ ਮੇਰੇ ਸੰਪਰਕ 'ਚ ਰਹਿੰਦੇ ਨੇ। ਮੈਂ ਕ੍ਰਿਕਟ ਵੀ ਖੇਡਿਆ ਤੇ ਮੈਂ ਬਾਸਕਟਬਾਲ ਵੀ ਖੇਡਿਆ। ਹੁਣ ਬਹੁਤ ਸਾਰੇ ਖਿਡਾਰੀ ਮੇਰੇ ਸੰਪਰਕ 'ਚ ਰਹਿੰਦੇ ਸੀ, ਹੁਣ ਵੀ ਨੇ, ਉਹਨਾਂ ਦਾ ਦੁੱਖ ਮੈਂ ਬੜੀ ਨੇੜਿਓਂ ਦੇਖਦਾ। ਸੋ ਮੈਂ ਉਹਨਾਂ ਖਿਡਾਰੀਆਂ ਨੂੰ ਬੇਨਤੀ ਕੀਤੀ ਹੈ ਕਿ ਤੁਸੀਂ ਜਿਹੜੇ ਤੁਹਾਡੇ ਕੋਈ ਐਕਸਪਰਟ ਕੋਚ ਨੇ, ਤੁਸੀਂ ਉਹਨਾਂ ਦੀ ਡਿਊਟੀ ਕਹੋ ਵੀ ਸਾਨੂੰ ਕਿਸ ਤਰ੍ਹਾਂ ਦੀ ਖੇਡ ਪਾਲਿਸੀ ਚਾਹੀਦੀ ਹੈ। ਉਹ ਖੇਡ ਪਾਲਿਸੀ ਦਾ ਖਰੜਾ ਗਗਨ ਜਦੋਂ ਇਲੈਕਸ਼ਨ ਮੈਨੀਫੈਸਟੋ ਦੀਆਂ ਕਮੇਟੀਆਂ ਐਲਾਨਣੀਆਂ ਨੇ ਇਹਨਾਂ ਸਾਰੀਆਂ ਪਾਰਟੀਆਂ ਨੇ, ਸਿੱਧੂ ਨੇ, ਸੁਖਬੀਰ ਬਾਦਲ ਨੇ, ਬੀਜੇਪੀ ਵਾਲਿਆਂ ਨੇ, ਤੇ ਆਪਣੀ ਚੌਥੀ ਪਾਰਟੀ ਕਿਹੜੀ ਰਹਿ ਗਈ ਜੀ, ਅਕਾਲੀ ਬਸਪਾ ਹੋ ਗਿਆ, ਆਪ ਵਾਲੇ ਹੋ ਗਏ ਤੇ ਕਾਂਗਰਸ ਵਾਲੇ ਹੋ ਗਏ ਤੇ ਆਪਣੇ ਬੀਜੇਪੀ ਵਾਲੇ ਹੋ ਗਏ ਤੇ ਢੀਂਡਸਾ ਸਾਹਿਬ ਹੋ ਗਏ। ਪੰਜੇ ਦੀਆਂ ਪੰਜੇ ਵੱਡੀਆਂ ਪਾਰਟੀਆਂ ਨੂੰ, ਇਹਨਾਂ ਨੂੰ ਉਹ ਖਰੜਾ ਗਗਨ ਮੈਂ ਵੀ ਭੇਜਣਾ ਵੀ ਤੁਸੀਂ ਖੇਡ ਨੀਤੀ ਐਦਾਂ ਦੀ ਬਣਾਓ ਜਦੋਂ ਖਿਡਾਰੀ ਮੈਡਲ ਜਿੱਤੇ, ਨੌਕਰੀ ਤਾਂ ਕੋਟਾ ਫਿਕਸ ਹੋਵੇਗੀ, ਮਿਲਣੀਆਂ ਨੇ। ਜਦੋਂ ਖਿਡਾਰੀ ਮੈਡਲ ਜਿੱਤੇ ਉਹ ਆਪਣਾ ਅਪਲਾਈ ਕਰੇ ਤੇ ਨੌਕਰੀ ਹਾਸਲ ਕਰੇ। ਖਿਡਾਰੀ ਸਾਡਿਆਂ ਨੂੰ ਪ੍ਰੋਟੈਸਟ ਕਰਨੇ ਪੈਂਦੇ ਨੇ। ਦੇਖੋ ਸਾਡੇ ਬੱਚੇ ਜਿਨ੍ਹਾਂ ਦੇ ਕੋਈ ਨਾ ਕੋਈ ਜਿਹੜੇ ਸਰੀਰਕ, ਜਿਨ੍ਹਾਂ ਦੇ ਵਿੱਚ ਕੋਈ ਨਾ ਕੋਈ ਕੁਦਰਤ ਵੱਲੋਂ ਜਿਹੜੇ ਖਾਸ ਤੌਰ ਦੇ ਉੱਤੇ ਕਾਬਲ ਨੇ ਕਿਸੇ ਨਾ ਕਿਸੇ ਰੂਪ 'ਚ, ਭਾਵੇਂ ਸਰੀਰਕ ਤੌਰ ਤੇ ਮਾੜੀ ਮੋਟੀ ਕਿਸੇ ਪਾਸੇ ਦੀ ਕਮੀ ਹੈ, ਪਰ ਉਹ ਸਾਡੇ ਨਾਲੋਂ ਵੀ ਤਕੜੇ ਨੇ ਜਿਹੜੇ ਮੈਡਲ ਜਿੱਤ ਕੇ ਲਿਆਉਂਦੇ ਨੇ ਗਗਨ। ਉਹਨਾਂ ਦੇ ਦੇਖੋ ਕਿਵੇਂ ਕੁੱਟ ਪਈ, ਸਾਡੀ ਪੁਲਿਸ ਨੇ ਕੁੱਟੇ ਖਿਡਾਰੀ, ਉਹਨਾਂ ਨੂੰ ਪੂਜਣਾ ਚਾਹੀਦਾ ਸੀ। ਕਿਸੇ ਦੀ ਅੱਖਾਂ ਦੀ ਰੋਸ਼ਨੀ ਕਮਜ਼ੋਰ ਹੈ, ਕਿ ਕੋਈ ਸਰੀਰ ਤੋਂ, ਕੋਈ ਹੱਥ ਤੋਂ, ਕੋਈ ਪੈਰ ਤੋਂ ਔਖਾ ਹੈ ਸਾਡਾ ਖਿਡਾਰੀ। ਸਪੈਸ਼ਲ ਚਿਲਡਰਨ ਵੀ ਅਸੀਂ ਕਹਿੰਦੇ ਆ ਇਦਾਂ ਦੇ ਸਾਡੇ ਬੱਚਿਆਂ ਨੂੰ, ਤੇ ਉਹਨਾਂ ਦੇ ਲਈ ਉਹਨਾਂ ਨੂੰ ਕੁੱਟ ਦਿੰਦੇ ਆ, ਸਾਡੀ ਪੁਲਿਸ ਵਾਲਿਆਂ ਤੋਂ ਕੁੱਟਵਾਉਂਦੇ ਨੇ ਸਾਡੇ ਲੀਡਰ। ਦੇਖੋ ਕਾਨੂੰਨ ਦਾ ਨਾਮ ਲੈ ਕੇ ਵੀ ਕਾਨੂੰਨ ਨੂੰ ਪਤਾ ਹੈ ਵੀ ਉਹ ਸਾਡੇ ਸਪੈਸ਼ਲ ਚਿਲਡਰਨ ਨੇ ਸਾਰੇ, ਤੇ ਇਹੋ ਜਿਹੀ ਪਾਲਿਸੀ ਵੀ ਤੁਸੀਂ ਕੁੱਟ ਕੇ ਉਹਨਾਂ ਨੂੰ ਮੋੜੋ, ਮਹਾਰਾਜਾ ਰਣਜੀਤ ਸਿੰਘ ਅਵਾਰਡ ਦਿਓ ਤੇ ਉਹਨਾਂ ਨੂੰ ਕੁੱਟੋ। ਸੋ ਸ਼ਰਮ ਆਉਣੀ ਚਾਹੀਦੀ ਹੈ ਇਦਾਂ ਦੇ ਪੋਲੀਟੀਕਲ ਸਿਸਟਮ ਦੇ ਉੱਤੇ। ਸਾਨੂੰ ਆਉਂਦੀ ਹੈ ਸ਼ਰਮ, ਸਾਨੂੰ ਆਉਣੀ ਕੀ ਚਾਹੀਦੀ, ਆਉਂਦੀ ਹੈ ਸ਼ਰਮ। ਸੋ ਖੇਡ ਪਾਲਿਸੀ ਵੀ ਬਣਨੀ ਚਾਹੀਦੀ ਹੈ ਖਿਡਾਰੀਆਂ ਨੂੰ। ਔਰ ਜਿਹੜੀ ਤੁਸੀਂ ਹਰਿਆਣੇ ਨੇ 4 ਕਰੋੜ, ਮੁਬਾਰਕਬਾਦ ਹੈ। ਭਾਵੇਂ ਸਾਡੇ ਕਿਸਾਨਾਂ ਦੇ ਰਾਹ 'ਚ ਪੱਥਰ ਪਾਤੇ ਵੀ ਤੁਹਾਨੂੰ ਜਾਣ ਨਹੀਂ ਦੇਣਾ ਦਿੱਲੀ, ਪਰ ਪਹੁੰਚ ਗਏ ਸਾਡੇ ਕਿਸਾਨ ਦਿੱਲੀ। ਉਸੇ ਤਰ੍ਹਾਂ ਸਾਡੇ ਹਾਕੀ ਵਾਲੇ ਮੈਡਲ ਕੱਢ ਲਿਆਏ, ਭਾਵੇਂ ਤਾਂਬੇ ਦਾ ਆਇਆ। ਤਾਂਬਾ ਕਿਹੜਾ ਮਾੜਾ, ਜਿੱਤੇ ਤਾਂ ਸਹੀ। 40-41 ਸਾਲ ਬਾਅਦ ਸਾਡੀ ਦੁਬਾਰਾ ਇੱਕ ਪੁਨਰ ਸੁਰਜੀਤੀ ਹੋਊਗੀ। ਔਰ ਇਹ ਸਾਡੇ ਖੇਡ ਸਿਸਟਮ ਨੂੰ ਲਕਵਾ ਮਾਰਿਆ ਹੋਇਆ, ਸਾਡੇ ਖੇਡ ਸਿਸਟਮ ਨੂੰ। ਇਹ ਖਿਡਾਰੀ ਗਗਨ ਜਿਹੜਾ ਤਾਂਬਾ ਜਿੱਤ ਕੇ ਆਏ ਨੇ, ਮੈਂ ਕਹਿੰਦਾ ਇਹ ਗੋਲਡ ਨਾਲੋਂ ਵੀ ਵੱਡਾ ਜਿੱਤ ਗਏ। ਜੇ ਸਾਡੇ ਖਿਡਾਰੀਆਂ ਦੀ ਕਿਤੇ ਅਮਰੀਕਾ, ਜਰਮਨੀ 'ਚ ਟ੍ਰੇਨਿੰਗ ਹੋਈ ਹੁੰਦੀ, ਇਹਨਾਂ ਨੇ ਗੋਲਡ ਤੋਂ ਘੱਟ ਮੰਨਣਾ ਹੀ ਨਹੀਂ ਸੀ। ਸੋ ਇਹ ਪ੍ਰੋਬਲਮ ਹੈ। ਔਰ ਜਦੋਂ ਅਸੀਂ ਗੋਲਡ ਜਿੱਤਿਆ ਕਰਦੇ ਸੀ, ਉਦੋਂ ਬਾਕੀ ਦੇਸ਼ਾਂ ਦੇ ਵਿੱਚ ਸਾਡੇ ਵਰਗੀਆਂ ਹੀ ਸਹੂਲਤਾਂ ਸੀ, ਅਸੀਂ ਤਾਂ ਗੋਲਡ ਜਿੱਤਦੇ ਸੀ। ਦੂਜੇ ਦੇਸ਼ਾਂ ਨੇ ਸਹੂਲਤਾਂ ਵਧਾਤੀਆਂ, ਸਾਡੀਆਂ ਸਹੂਲਤਾਂ ਘਟ ਗਈਆਂ, ਅਸੀਂ ਤਾਂ ਮੈਡਲ ਜਿੱਤਣੋਂ ਹਟ ਗਏ ਸਾਡੇ ਖਿਡਾਰੀ। ਪਰ ਐਤਕੀ ਜਿੱਤਿਆ, ਇਹਨਾਂ ਨੂੰ ਮੁਬਾਰਕਬਾਦ। ਕੈਪਟਨ ਅਮਰਿੰਦਰ ਕਹਿੰਦਾ 1 ਕਰੋੜ ਦੇਵਾਂਗੇ। ਹੈ ਗਗਨ ਜੀ, 1 ਕਰੋੜ ਦੀ ਆਵਾਜ਼ ਆਈ ਹੈ। ਜਿਵੇਂ ਮੈਂ ਪਹਿਲਾਂ ਕਿਹਾ, ਜੇ ਕਿਸੇ ਐਮਐਲਏ ਦਾ ਪੁੱਤ ਹੁੰਦਾ ਹਾਕੀ ਦਾ ਖਿਡਾਰੀ, ਐਮਐਲਏਆਂ ਦੇ ਮੁੰਡੇ ਹੁੰਦੇ, ਲੈ ਗੱਫੇ ਲਾ ਦੇਣੇ ਸੀ ਸਰਕਾਰ ਨੇ ਵੀ ਦਿਓ ਭਾਈ ਇਹਨਾਂ ਨੂੰ 2-2, 2.5-2.5 ਕਰੋੜ, ਨਾਲੇ ਦਿਓ ਇਹਨਾਂ ਨੂੰ ਡੀਐਸਪੀ ਜਾਂ ਐਸਐਸਪੀ ਦੀਆਂ ਨੌਕਰੀਆਂ। ਤੇ ਹੁਣ ਉਮੀਦ ਕਰਾਂਗੇ ਵੀ ਕੈਪਟਨ ਅਮਰਿੰਦਰ, ਜਿੰਨੇ ਸਾਡੇ ਪੰਜਾਬ ਵਾਲੇ ਹਾਕੀ ਦੇ ਖਿਡਾਰੀ ਨੇ, ਉਹਨਾਂ ਸਾਰਿਆਂ ਨੂੰ ਗਸਟਡ ਡੀਐਸਪੀ ਘੱਟੋ ਘੱਟ ਉਹਨਾਂ ਨੂੰ ਐਲਾਨ ਕਰੇ ਵੀ ਆਓ ਵੀ ਸਾਰੇ ਮੁੰਡੇ ਸਾਡੇ ਖਿਡਾਰੀ ਡੀਐਸਪੀ ਬਣਨ। ਐਮਐਲਏ ਦੇ ਪੁੱਤਾਂ ਨੂੰ ਡੀਐਸਪੀ ਬਣਾਉਣ ਨੂੰ ਫਿਰਦੇ ਸੀ, ਇਹਨਾਂ ਨੂੰ ਲਾਓ ਤਹਿਸੀਲਦਾਰ ਤੇ ਡੀਐਸਪੀ, ਔਰ ਨਾਲ ਇਹਨਾਂ ਨੂੰ ਦਿਓ ਘੱਟੋ ਘੱਟ 2-2 ਕਰੋੜ, 2.5-2.5 ਕਰੋੜ ਦਿਓ, ਕਿਉਂਕਿ ਤਾਂਬੇ ਦਾ ਮੈਡਲ ਜਿੱਤਣਾ, ਇਹਦੇ ਨਾਲ ਸਾਡੀ ਗਗਨ, ਸਾਡੇ ਸਕੂਲਾਂ ਕਾਲਜਾਂ ਦਾ ਹਾਲ ਪਤਾ ਕੀ ਹੈ? ਜਿਹੜੇ ਹਾਕੀ ਤੇ ਫੁੱਟਬਾਲ ਦੇ ਮੈਦਾਨ ਸੀ ਨਾ, ਹਾਕੀ ਤੇ ਫੁੱਟਬਾਲ ਦੇ ਮੈਦਾਨਾਂ ਦੇ ਵਿੱਚ ਕ੍ਰਿਕਟ ਦੀ ਪਿੱਚ ਬਣ ਗਈ। ਤੁਸੀਂ ਦੱਸੋ, ਮੈਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਇੱਕ ਵਾਰੀ ਗਿਆ, ਉੱਥੇ ਬਹੁਤ ਵੱਡਾ ਮੈਦਾਨ ਹੈ ਹਾਕੀ ਦਾ ਤੇ ਫੁੱਟਬਾਲ ਦਾ, ਸਰਕਾਰੀ ਸਕੂਲ 'ਚ। ਮੈਂ ਜਾ ਕੇ ਗਗਨ ਹੈਰਾਨ ਹੋ ਗਿਆ, ਉਹਦੇ ਵਿੱਚ ਕ੍ਰਿਕਟ ਦੀ ਪਿੱਚ ਬਣੀ ਹੋਈ ਸੀ।
ਹੁਣ ਜਿਹੜੇ ਸੂਬੇ 'ਚ ਫੁੱਟਬਾਲ ਤੇ ਹਾਕੀ ਦੇ ਮੈਦਾਨਾਂ 'ਚ ਬੱਚੇ ਕ੍ਰਿਕਟ ਖੇਡਣ ਲੱਗ ਜਾਣ ਤੇ ਉੱਥੇ ਮੈਡਲ ਕਿੱਥੋਂ ਆਉਣੇ ਆ? ਇਹ ਤਾਂ ਸ਼ੁਕਰ ਹੈ ਸਾਡੇ ਮੁੰਡਿਆਂ ਨੇ ਹਿੰਮਤ ਮਾਰੀ ਤੇ ਕ੍ਰਿਕਟ ਦੀਆਂ ਪਿੱਚਾਂ ਵੱਖਰੀਆਂ ਬਣਾਉਣੀਆਂ ਚਾਹੀਦੀਆਂ ਇਹਨਾਂ ਨੂੰ। ਫੁੱਟਬਾਲ ਦੀ ਪਿੱਚ ਤੇ ਫੁੱਟਬਾਲ ਖੇਡੀ ਜਾਵੇ, ਹਾਕੀ ਦੀ ਗਰਾਊਂਡ ਦੇ ਉੱਤੇ ਹਾਕੀ ਖੇਡੀ ਜਾਵੇ, ਤਾਂ ਹੀ ਖੇਡਾਂ ਦੀ ਪ੍ਰਮੋਸ਼ਨ ਹੋਊਗੀ। ਸੋ ਬਰਾਬਰ ਦਾ ਜਿਹੜਾ ਮਾਨ ਸਤਿਕਾਰ ਹੈ ਉਹ ਸਾਰੇ ਖਿਡਾਰੀਆਂ ਨੂੰ। ਬੜੇ ਸਾਡੇ ਸ਼ੂਟਰ ਨੇ ਗਗਨ, ਇੱਕ ਸਾਡੀ ਬੱਚੀ ਹੈ, ਨਾਮ ਉਹਦਾ ਮੈਨੂੰ ਪੂਰਾ ਭੁੱਲ ਗਿਆ, ਗੋਇਲ, ਉਹ ਵੀ ਸਾਡੀ ਬੱਚੀ ਜਿੱਤ ਕੇ ਲਿਆਈ। ਬਹੁਤ ਉਹਦੀਆਂ ਉਪਲਬਧੀਆਂ ਰਹੀਆਂ ਕੌਮੀ ਪੱਧਰ ਤੇ ਵੀ, ਏਸ਼ੀਅਨ ਖੇਡਾਂ ਦੇ ਵਿੱਚ ਵੀ ਮੈਡਲ ਬੜੇ ਜਿੱਤੇ। ਟੌਪ ਦੀ ਪਰਫਾਰਮਰ ਉਹ ਬੱਚੀ। ਉਹਨੇ ਵੀ ਕੋਸ਼ਿਸ਼ ਕੀਤੀ ਕਿ ਸਰਕਾਰੀ ਨੌਕਰੀ ਮਿਲ ਜੇ, ਪਰ ਪਾਲਿਸੀ ਹੈ ਨਹੀਂ ਸਾਡੇ ਕੋਈ। ਸਾਡੇ ਤਾਂ ਸਿਫਾਰਿਸ਼ ਵਾਲੇ ਨੂੰ ਨੌਕਰੀ ਮਿਲਦੀ ਹੈ, ਜਾਂ ਸਾਡੇ ਬੱਚੇ ਦਾ ਬਾਪੂ ਹੈ ਜਿਹੜਾ MLA ਹੋਵੇ ਘੱਟੋ ਘੱਟ, ਕਾਉਂਸਲਰ ਦੀ ਵੀ ਨਹੀਂ ਚੱਲਦੀ ਹੋਣੀ ਮੈਨੂੰ ਲੱਗਦਾ, ਜਾਂ ਬਾਪੂ MLA ਹੋਵੇ ਜਾਂ ਮੁੱਖ ਮੰਤਰੀ ਨਾਲ ਸਿੱਧੀ ਗੱਲਬਾਤ ਹੋਵੇ। ਦੋ ਹੀ ਕੰਮ ਹੁੰਦੇ ਨੇ ਸਾਡੇ ਸੂਬੇ ਦੇ ਵਿੱਚ। ਸੋ ਖੇਡ ਪਾਲਿਸੀ ਬਣਨੀ ਚਾਹੀਦੀ ਹੈ। ਖਿਡਾਰੀ ਜਿੱਤ ਕੇ ਆਉਣ, ਉਹ ਆਪਣੇ ਅਚੀਵਮੈਂਟ ਦੇ ਨਾਲ ਅਪਲਾਈ ਕਰਨ ਨੌਕਰੀ ਦੇ ਲਈ। ਇਹ ਪਹਿਲਾਂ ਹੀ ਤੈਅ ਹੋਵੇ ਕਿ ਅਗਰ ਖਿਡਾਰੀ ਇਸ ਪੱਧਰ ਤੇ ਜਿੱਤੂਗਾ ਉਹਨੂੰ ਇਸ ਪੱਧਰ ਦੀ ਨੌਕਰੀ, ਇਸ ਪੱਧਰ ਤੇ ਜਿੱਤੂਗਾ ਇਸ ਪੱਧਰ ਦੀ ਨੌਕਰੀ, ਤਾਂ ਕਿ ਖਿਡਾਰੀ ਪਹਿਲਾ ਟੂਰਨਾਮੈਂਟ ਜਿੱਤਦੇ ਹੀ ਅਗਰ ਉਹ ਕਿਸੇ ਵੀ ਪੱਧਰ ਦੀ ਨੌਕਰੀ ਲਈ ਐਲੀਜੀਬਲ ਹੈ, ਉਹ ਆਪਣੀ ਨੌਕਰੀ ਲਵੇ ਤੇ ਫਿਰ ਪ੍ਰੈਕਟਿਸ ਕਰੇ, ਦਾਲ ਫੁਲਕੇ ਦੀ ਚਿੰਤਾ ਛੱਡ ਕੇ ਖੇਡੇ ਹੋਰ ਅੱਗੇ ਤੇ ਵੱਡੇ ਮੈਡਲ ਜਿੱਤ ਕੇ ਲਿਆਵੇ। ਸੋ ਇਹ ਬਕਾਇਦਾ ਇੱਕ ਪਾਲਿਸੀ ਬਣਨੀ ਚਾਹੀਦੀ ਹੈ ਗਗਨ। ਮੈਂ ਕਹਿੰਦਾ DSP ਨਾ ਭਰਤੀ ਕਰੋ, ਤੁਸੀਂ ਕਲਰਕ ਤੋਂ ਸ਼ੁਰੂ ਕਰ ਲਓ। ਆ ਦੇਖੋ ਧੋਨੀ ਆਪਣਾ ਕਰੈਕਟਰ ਸੀ ਜਿਹੜਾ, ਇਹ TTC ਇਹਦੀ ਮੈਂ ਫਿਲਮ ਦੇਖੀ ਜਿਹੜੀ ਇਹਦੇ ਤੇ ਬਣੀ, ਮੈਨੂੰ ਬੜੀ ਪਸੰਦ ਹੈ। ਮਹਿੰਦਰ ਸਿੰਘ ਧੋਨੀ ਤੇ ਜਿਹੜੀ ਫਿਲਮ ਬਣੀ ਮੈਂ ਬਹੁਤ ਵਾਰ ਦੇਖਦਾ ਹਾਂ, ਕਿਉਂਕਿ ਉਹ ਸਾਡੇ ਸਾਰੇ ਬੱਚਿਆਂ ਨੂੰ ਦਿਖਾਉਣੀ ਚਾਹੀਦੀ। ਮੈਂ ਤਾਂ ਕਹਿੰਦਾ ਹਾਕੀ ਦੇ ਖਿਡਾਰੀ ਮਿਲਖਾ ਸਿੰਘ ਦੀ ਫਿਲਮ ਦਿਖਾਉਣੀ ਚਾਹੀਦੀ ਸਾਰੇ ਬੱਚਿਆਂ ਨੂੰ। ਇਹੋ ਜਿਹੀਆਂ ਦਿਖਾਉਣੀਆਂ ਚਾਹੀਦੀਆਂ ਨੇ ਫਿਲਮਾਂ, ਜਿਹਦੇ ਨਾਲ ਬੱਚਿਆਂ 'ਚ ਪ੍ਰੇਰਨਾ ਬਣੇ ਵੀ ਅਸੀਂ ਵੀ ਮਿਲਖਾ ਸਿੰਘ ਬਣਨਾ, ਅਸੀਂ ਮਹਿੰਦਰ ਸਿੰਘ ਧੋਨੀ ਬਣਨਾ। ਹਾਕੀ ਦੇ ਖਿਡਾਰੀਆਂ ਤੇ ਵੀ ਬਣਨੀ ਚਾਹੀਦੀ। ਬਣੀ ਹੈ, ਸ਼ਾਹਰੁਖ ਖਾਨ ਇੱਕ ਫਿਲਮ 'ਚ ਸੀ, ਇੱਕ ਦੋ ਫਿਲਮਾਂ ਬਣੀਆਂ। ਸਾਡੇ ਪੰਜਾਬੀ ਮੁੰਡੇ ਨੇ, ਜਿਹੜਾ ਉਹ ਮੁੰਡਾ ਆਪਣਾ ਸਿੰਗਰ ਹੈ, ਉਹਦਾ ਮੈਨੂੰ ਨਾਮ ਭੁੱਲ ਗਿਆ, ਉਹ ਵੀ ਬੜਾ ਚੰਗਾ ਗਾਉਂਦਾ। ਐਮੀ ਵਿਰਕ ਨੇ ਇੱਕ ਦੇਖੋ ਹਾਕੀ ਦੇ ਖਿਡਾਰੀ ਤੇ ਆਪਣੇ ਤੇ ਫਿਲਮ ਬਣਾਈ ਸੀ, ਮੈਂ ਦੇਖੀ ਆ, ਉਹ ਵੀ ਬੜੀ ਚੰਗੀ ਫਿਲਮ ਹੈ। ਦੇਖੋ ਉਹ ਵੀ ਬੱਚਾ ਕਿਵੇਂ ਛੱਪੜ 'ਚ ਨਹਾਉਂਦਾ ਹਾਕੀ ਦਾ ਖਿਡਾਰੀ ਬਣਿਆ। ਸੋ ਇਸ ਕਰਕੇ ਅਸੀਂ ਵੀ ਪਿੰਡਾਂ ਦੇ ਛੱਪੜਾਂ 'ਚ ਨਹਾਏ ਆ। ਕੋਈ ਇਹ ਚਲੋ ਸਾਰਿਆਂ ਕੋਲ ਇੱਕ ਮੌਕਾ ਹੁੰਦਾ ਜ਼ਿੰਦਗੀ 'ਚ, ਰਾਹ ਦਿਖਾਉਣ ਦਾ ਮੌਕਾ ਨਹੀਂ ਮਿਲਦਾ ਸਾਡੇ ਖਿਡਾਰੀ। ਸੋ ਇਹ ਪਾਲਿਸੀਆਂ ਬਣਨ ਔਰ ਕੈਪਟਨ ਅਮਰਿੰਦਰ ਅਨਾਉਂਸ ਕਰਨ ਕਿ ਅਸੀਂ ਸਾਰਿਆਂ ਨੂੰ ਨੌਕਰੀਆਂ ਦੇਵਾਂਗੇ ਤੇ ਜ਼ਰੂਰ ਮਾਨ ਸਤਿਕਾਰ ਖਿਡਾਰੀਆਂ ਦਾ ਬਣਨਾ ਚਾਹੀਦਾ। कॉमनवेल्थ में भी 38 गोल्ड आए थे, जो हमने 2005 के बाद जो हमने स्पोर्ट्स नीति बनाई, उसके बाद बहुत सारे खिलाड़ी आए। क्योंकि देखिए 3 काम हमने इस नीति में किए थे। क्या चाहिए खिलाड़ी को इंफ्रास्ट्रक्चर चाहिए। गांव में स्टेडियम बनाए, गांव में बड़े बड़े स्टेडियम बनाए, नेशनल लेवल के भी स्टेडियम बनाए। फिर खिलाड़ी को प्रोत्साहन चाहिए, उसका जो भी कोई भी सिलेक्ट हुआ उसको पूरा प्रोत्साहन करते थे साथ। फिर खिलाड़ी को रोज़गार चाहिए, जो भी अपना पदक लाया वो पद पाया। DSP भी भर्ती किए हमने, और भी अच्छी पोस्टों में भर्ती किए। करना चाहिए, प्रोत्साहन दें। और यही कारण है कि आज हरियाणा के लोग जवान नशे से दूर हैं, और जहाँ क्योंकि एक रास्ता उनको दिखाई दिया, चाहे वो पुलिस हो चाहे कहीं हो, हर जगह उनको हमने प्रोत्साहित किया, उनको रोज़गार दिए। देखो ये जी जित है, ये एक इतिहासिक जित है, क्योंकि 41 साल बाद जी साड़ी जित हुई है। और जर्मनी की जी कि बड़ी स्ट्रॉन्ग टीम है, उसनों साड़ी टीम साढ़े खिलाड़ियों ने जिताया, हराया उन्होंने, और आप जिते। और मेरे वास्ते होर भी बहुत बड़ी खुशी की गल है कि इस टीम के जोड़े कप्तान है मनप्रीत सिंह, वो मेरे जलंधर हल्के के मिठापुर तो, उन्होंने नाल दूसरे मनदीप, हार्दिक, वरुण, ये सारे ही चारों खिलाड़ी जोड़े मेरे जलंधर पार्लीमेंट कंस्टिट्यूंसी में बिलोंग करते। और मैं समझदा कि इन्होंने जिथे हिंदुस्तान का, भारत का नाम बहुत रोशन किया, उत्थे मेरे जलंधर संसदीय क्षेत्र का भी बहुत नाम रोशन किया। नमस्कार सर। थैंक यू सो मच सर, थैंक यू सर। पूरी टीम को बहुत काम गजब किया है, आपने पूरा देश नाचा है। थैंक यू सर, आपकी बहुत दुआएं थी सर हमारे साथ। थैंक यू सर। उस दिन आपकी आवाज थोड़ी ढीली थी।
बराबर दम है। सर आपका जो मोटिवेशन था वो काफी काम किया सर हमारी टीम के लिए। जाए आप लोगों की मेहनत काम कर रही थी थैंक यू सर। और पीयूष ने भी बहुत मेहनत की आप सबके साथ। बिल्कुल सर। तो मेरा तरफ से सभी खिलाड़ियों को बधाई दे देना भैया। थैंक यू सर, मैं दे दूंगा सर। ਮਾਤਾ ਜੀ ਸਤਿ ਸ਼੍ਰੀ ਅਕਾਲ। ਮੈਂ ਕਿਹਾ ਤੁਹਾਨੂੰ ਬਹੁਤ ਬਹੁਤ ਵਧਾਈਆਂ। ਔਰ 41 ਸਾਲ ਬਾਅਦ ਪੰਜਾਬ ਦਾ ਸਿਰ ਏਡਾ ਉੱਚਾ ਕੀਤਾ, ਹਿੰਦੁਸਤਾਨ ਦਾ ਸਿਰ ਏਡਾ ਉੱਚਾ ਕੀਤਾ, ਪੁੱਛੋ ਨਾ। ਸਾਡੇ ਸ਼ੀਜ਼ਾਂ ਨਾਲ ਇਹ ਕੁਛ ਮਿਹਨਤ ਸਦਕਾ ਮੈਂ ਤੇ ਆਪ ਸਪੋਰਟਸਮੈਨ, ਮੈਨੂੰ ਪਤਾ ਤਪੱਸਿਆ ਹੈ, ਹਾਂਜੀ ਇਹ ਤੇ ਤਪ ਹੈ। ਬਹੁਤ ਤਪੱਸਿਆ ਕੀਤੀ ਹੈ ਸਭ ਦੇ ਅਰਦਾਸਾਂ ਸਭ ਦੇ ਨਾਲ ਹੀ ਬਸ। ਪਰ ਤੁਸੀਂ ਵੇਖੋ ਕਿ ਇੰਨੀ ਲੰਬੀ ਉਡੀਕ ਦੇ ਬਾਅਦ 10 ਪੰਜਾਬੀ ਟੀਮ ਹੋਣ ਤੇ ਗਿੱਟ ਉੱਚੀ ਕਰਤੀ ਪਾਉਂਦੇ ਸਾਰੇ ਪੰਜਾਬ ਦੀ, ਇਹਦੇ ਕੋਈ ਤੋਂ ਵੱਡਾ ਗੌਰਵ ਹੈ ਕੋਈ? ਤੁਹਾਨੂੰ ਬਹੁਤ ਬਹੁਤ ਵਧਾਈ। ਸਭ ਤੋਂ ਵੱਧ ਖੁਸ਼ੀ ਮਾਣ ਹੁੰਦੀ ਹੈ। मतलब नहीं देखो जर्मन जो नहीं देखो होते तो स्ट्रेसफुल ही है, ऐसी कोई बात नहीं होती, लेकिन एट द सेम टाइम ये मैच एक ऐसा मैच था जिसमें रोमांच चरम सीमा पे, मैं इसको कह सकता हूँ कि चरम सीमा पे था। और क्योंकि कोई भी ऐसा मोमेंट नहीं था जिसमें एक्साइटमेंट ना हो। इवन के लास्ट जो 6 सेकंड रहते थे और उस टाइम पे जर्मन को पेनल्टी कॉर्नर मिला, तो मैं समझता हूँ कि ये बहुत एक्साइटेड मैच था। और उसमें लास्ट मोमेंट तक भी जोश और होश का जो सुमेल था बच्चों का, वो हमें देखने को मिला। दैट इज़ क्रेडिट टू देम। एंड इससे हॉकी रिवाइव भी होगी। आई थिंक ये जो बच्चे हैं ये बेसिकली हमारे रोल मॉडल भी बनेंगे। ਨਗਦ ਇਨਾਮ ਦੇ ਰਹੇ ਹਾਂ 1 ਕਰੋੜ ਰੁਪਈਆ ਹਰ ਇੱਕ ਨੂੰ, ਉਹਨਾਂ ਦੀ ਕੁਆਲੀਫਿਕੇਸ਼ਨ ਦੇ ਹਿਸਾਬ ਨਾਲ ਨੌਕਰੀਆਂ ਦੇਵਾਂਗੇ। ਔਰ ਉਹਨਾਂ ਦੀ ਜਿਹੜੀ ਅੱਗੇ ਟ੍ਰੇਨਿੰਗ ਹੋਣੀ ਹੈ ਉਹਦੀ ਜ਼ਿੰਮੇਵਾਰੀ ਵੀ ਸਾਡੀ ਪੰਜਾਬ ਸਰਕਾਰ ਦੀ ਹੋਏਗੀ। ਜੋ ਉਹਨਾਂ ਨੂੰ ਹਾਕੀ ਫੈਡਰੇਸ਼ਨ ਕੋਲੋਂ ਮਿਲਣਾ ਹੈ ਸਹੂਲਤਾਂ, ਉਹ ਤਾਂ ਉਹ ਮਿਲਣਗੀਆਂ, ਲੇਕਿਨ ਜਿਹੜੀ ਚੀਜ਼ ਉਹਨਾਂ ਨੂੰ ਨਹੀਂ ਮਿਲੇਗੀ, ਅਸੀਂ ਪੰਜਾਬ ਸਰਕਾਰ ਉਹਨਾਂ ਨੂੰ ਉਹ ਚੀਜ਼ਾਂ ਦੇ ਕੇ ਉਹਨਾਂ ਨੂੰ ਅਗਲੇ ਕੰਪੀਟੀਸ਼ਨ ਵਾਸਤੇ 2024 ਵਾਸਤੇ ਸਾਡੀਆਂ ਅੱਜ ਤੋਂ ਹੀ ਤਿਆਰੀਆਂ ਸ਼ੁਰੂ ਹੋ ਜਾਣ। ਸੋ ਇਹ ਜ਼ਰੂਰ ਹੈ ਕਿ ਖਿਡਾਰੀਆਂ ਦੇ ਲਈ ਪੰਜਾਬ ਸਰਕਾਰ ਨੂੰ ਅਤੇ ਸਾਰੀਆਂ ਸਰਕਾਰਾਂ ਨੂੰ ਸੋਚਣਾ ਚਾਹੀਦਾ, ਕਿਉਂਕਿ ਬੀਤੇ ਦਿਨਾਂ 105 ਸਾਲਾਂ ਬੀਬੀ ਐਥਲੀਟ ਬੇਬੇ ਮਾਨ ਕੌਰ ਧਰਤੀ ਤੋਂ ਗਏ ਇਸ ਤੋਂ, ਪਰ ਉਹਨਾਂ ਦੇ ਪਰਿਵਾਰ ਦੇ ਤੱਕ ਵੀ ਡੱਲਾ ਸਾਹਿਬ ਹਜੇ ਤੱਕ ਕਹਿੰਦੇ ਕੋਈ ਪੋਲੀਟੀਕਲ ਸ਼ਖਸ ਨਹੀਂ ਪਹੁੰਚਿਆ, ਨਾ ਉਹਨਾਂ ਦੇ ਅੰਤਿਮ ਸੰਸਕਾਰ ਦੇ ਮੌਕੇ। ਦੇਖੋ ਦਲਜੀਤ ਸਿੰਘ ਚੀਮਾ ਅਕਾਲੀ ਦਲ ਦੇ ਗਗਨ ਜ਼ਰੂਰ ਪਹੁੰਚੇ ਸੀ, ਸਰਕਾਰੀ ਨੁਮਾਇੰਦਾ ਨਹੀਂ ਪਹੁੰਚਿਆ। ਇਹ ਬੜੀ ਸ਼ਰਮ ਵਾਲੀ ਗੱਲ ਹੈ। ਸਾਡੇ ਮੁੱਖ ਮੰਤਰੀ ਕੋਲੇ ਕਿੰਨੇ ਸਲਾਹਕਾਰ ਨੇ, ਕਿੰਨੇ OSD ਮੁੱਖ ਮੰਤਰੀ ਦਾ ਸ਼ੋਕ ਸੁਨੇਹਾ ਲੈ ਕੇ ਕੋਈ ਵੱਡਾ ਅਫਸਰ ਜਾਂਦਾ, ਕੋਈ ਮੰਤਰੀ ਜਾਂਦਾ, ਖੇਡ ਮੰਤਰੀ ਨੂੰ ਉੱਥੇ ਖੜੇ ਰਹਿਣਾ ਚਾਹੀਦਾ ਸੀ। ਆਪਾਂ ਖੇਡ ਮੰਤਰੀ ਸਿਰਫ ਇਸ ਕਰਕੇ ਨਹੀਂ ਖੇਡ ਮੰਤਰੀ ਦੀਆਂ ਨਿਯੁਕਤੀਆਂ ਹੋਈਆਂ ਵੀ ਸਰਕਾਰੀ ਕਾਰਾਂ ਦੇ ਆਨੰਦ ਮਾਣੋ, ਸਰਕਾਰੀ ਕੋਠੀਆਂ ਦੇ ਆਨੰਦ ਮਾਣੋ। ਇਹ ਸਮਾਜਿਕ ਫਰਜ਼ ਹੈ ਸਾਡਾ। ਬੇਬੇ ਮਾਨ ਕੌਰ ਜੀ ਦੇਖੋ ਕਿੱਡੀ ਸਿਆਣੀ ਉਮਰ ਚੋਂ ਗਏ, ਉਹ ਤਾਂ ਮੱਥਾ ਟੇਕ ਕੇ ਮੰਤਰੀ ਨੂੰ ਉਹਨਾਂ ਨੂੰ ਵਿਦਾਈ ਦੇਣੀ ਚਾਹੀਦੀ ਸੀ। ਸੋ ਇਹ ਜ਼ਰੂਰ ਹੈ ਕਿ ਅਜਿਹੀਆਂ ਪਾਲਿਸੀਆਂ ਜ਼ਰੂਰ ਸਰਕਾਰਾਂ ਦੇ ਲਈ ਬਣਨੀਆਂ ਚਾਹੀਦੀਆਂ ਤੇ ਸਰਕਾਰ ਆਪਣੇ ਪੱਧਰ ਦੇ ਉੱਤੇ ਅਜਿਹੀਆਂ ਚੀਜ਼ਾਂ ਨੂੰ ਨੈਤਿਕਤਾ ਦੇ ਆਧਾਰ ਦੇ ਉੱਤੇ ਅੱਗੇ ਲੈ ਕੇ ਆਵੇ। ਤੇ ਡੱਲਾ ਸਾਹਿਬ ਇੱਕ ਜਾਂਦੇ ਜਾਂਦੇ ਅਸ਼ਵਨੀ ਸ਼ੇਖੜੀ ਉਹਨਾਂ ਦੇ ਵੱਲ ਜ਼ਰੂਰ ਚੱਲਾਂਗੇ। ਕਹਿੰਦੇ ਕਾਂਗਰਸ ਨੇ ਇਨਾਮ ਦੇ ਨਾਲ ਨਵਾਜ਼ ਦਿੱਤਾ, ਇੱਕ ਵੱਡਾ ਇਨਾਮ ਮਿਲਿਆ ਏ, ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਵੱਲੋਂ ਨਿਯੁਕਤ ਕਰ ਦਿੱਤਾ ਗਿਆ ਏ, ਜਿਹੜਾ ਹੁਣ ਅਸ਼ਵਨੀ ਸ਼ੇਖੜੀ ਹੋਣਾ ਨੂੰ। ਕਿੱਦਾਂ ਵੇਖ ਰਹੇ ਹੋ ਇਸ ਫੈਸਲੇ ਨੂੰ? ਦੇਖੋ ਇਹ ਮੈਂ ਤਾਂ ਕਹਿੰਦਾ ਚਲੋ ਚੰਗੀ ਗੱਲ ਹੈ। ਅਸ਼ਵਨੀ ਸ਼ੇਖੜੀ ਦਾ ਦੇਖੋ ਕੱਦ ਤਾਂ ਵੱਡਾ ਸੀ। ਅਸ਼ਵਨੀ ਸ਼ੇਖੜੀ ਸਾਬਕਾ ਮੰਤਰੀ ਵੀ ਨੇ, ਚੰਗਾ ਕਾਂਗਰਸ ਤੋਂ ਉਹਨਾਂ ਦੇ ਪਰਿਵਾਰ ਦਾ ਦਖਲ ਰਿਹਾ। ਅਸ਼ਵਨੀ ਸ਼ੇਖੜੀ ਦਾ ਵੀ ਛੋਟੀ ਉਮਰ ਤੋਂ ਅਸ਼ਵਨੀ ਸ਼ੇਖੜੀ ਯੂਥ ਕਾਂਗਰਸ ਤੋਂ, ਯੁਵਾ ਜਿਹੜੀ ਇਹਨਾਂ ਦਾ ਵਿੰਗ ਆ ਉਹਦੇ ਤੋਂ ਅਸ਼ਵਨੀ ਸ਼ੇਖੜੀ ਜੁੜੇ ਹੋਏ ਸੀਗੇ, ਔਰ ਅਸ਼ਵਨੀ ਸ਼ੇਖੜੀ ਵਾਲੇ ਪਾਸੇ ਧਿਆਨ ਨਹੀਂ ਸੀ ਦਿੱਤਾ ਜਾ ਰਿਹਾ। ਸੋ ਅਸ਼ਵਨੀ ਸ਼ੇਖੜੀ ਨੂੰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦਾ ਚੇਅਰਮੈਨ ਲਾਇਆ। ਸੋ ਅਸ਼ਵਨੀ ਸ਼ੇਖੜੀ ਉਹਨਾਂ ਨੂੰ ਮੁਬਾਰਕਬਾਦ ਹੈ। ਪਰ ਹੁਣ ਗੱਲ ਇਹ ਹੈ ਕਿ ਕਿੰਨੇ ਲੋਕਾਂ ਨੂੰ ਵਾਅਦੇ ਕੀਤੇ ਸੀ ਕੈਪਟਨ ਅਮਰਿੰਦਰ ਨੂੰ ਵੀ ਜਿਹੜੇ ਟਿਕਟਾਂ ਦੇ ਦਾਅਵੇ ਛੱਡਣਗੇ ਤਾਂ ਕਿ ਟਿਕਟਾਂ ਵੇਲੇ ਰੌਲਾ ਨਾ ਪਵੇ, ਕੋਈ ਬਗਾਵਤ ਨਹੀਂ ਕਰਨਗੇ, ਅਸੀਂ ਉਹਨਾਂ ਨੂੰ ਚੇਅਰਮੈਨ ਲਾਵਾਂਗੇ। ਕਿੰਨੇ ਕੁ ਲਾਤੇ ਕੈਪਟਨ ਅਮਰਿੰਦਰ ਨੇ? ਕੈਪਟਨ ਅਮਰਿੰਦਰ ਨੇ ਆਪਣੀ ਪਸੰਦ ਦੇ ਲੀਡਰਾਂ ਨੂੰ ਚੇਅਰਮੈਨੀਆਂ ਦਿੱਤੀਆਂ, ਜਾਂ ਜਿਹੜੇ ਮੰਤਰੀ ਸੀ ਉਹ ਆਪਣੇ ਖਾਸ ਚਹੇਤਿਆਂ ਨੂੰ ਦਵਾ ਕੇ ਚੇਅਰਮੈਨੀਆਂ। ਜਿਹੜੇ ਵਿਚਾਰੇ ਵਲੰਟੀਅਰ ਸੀ, ਕਾਂਗਰਸ ਦੇ ਵਰਕਰ ਸੀ, ਦੇਖੋ ਵਲੰਟੀਅਰ ਵਰਕਰ ਭਾਵੇਂ ਅਕਾਲੀ ਦਲ ਹੈ, ਭਾਵੇਂ ਕਾਂਗਰਸ ਹੈ, ਭਾਵੇਂ ਆਮ ਆਦਮੀ ਪਾਰਟੀ ਹੈ, ਭਾਵੇਂ BJP ਹੈ, ਜਿਹੜੇ ਸਾਡੇ ਵਰਗੇ ਗਗਨ ਜਿਨ੍ਹਾਂ ਦਾ ਕੋਈ ਆਕਾ ਨਹੀਂ ਨਾ ਹੁੰਦਾ, ਜਿਨ੍ਹਾਂ ਦਾ ਕੋਈ ਸਿਆਸੀ ਗॉडफादर ਨਹੀਂ ਹੁੰਦਾ, ਉਹ ਸਾਰੀ ਜ਼ਿੰਦਗੀ ਵਲੰਟੀਅਰ ਦੇ ਵਰਕਰ ਰਹਿ ਜਾਂਦੇ ਆ। ਪਾਰਟੀਆਂ ਨੂੰ ਵੰਡ ਕੇ ਅਹੁਦੇ ਦੇਣੇ ਚਾਹੀਦੇ ਨੇ ਸਮੇਂ-ਸਮੇਂ ਤੇ, ਭਾਵੇਂ 2-2 ਸਾਲ ਦੀ ਟਰਮ ਦਿਓ ਵੀ ਸਾਡੇ ਆ ਸਾਰੇ ਮਿਹਨਤੀ ਲੋਕ ਨੇ, 2-2 ਸਾਲ ਇਹਨਾਂ ਨੂੰ ਕਿਤੇ ਨਾ ਕਿਤੇ ਬਣਦਾ ਮਾਨ ਸਤਿਕਾਰ ਦੇਵਾਂਗੇ। ਪਰ ਕੰਮ ਕਰਨ ਵਾਲੇ ਬੰਦਿਆਂ ਨੂੰ ਪਹਿਲ ਦੇਣੀ ਚਾਹੀਦੀ ਆ। ਪੜ੍ਹੇ ਲਿਖੇ ਜਿਹੜੇ ਲੋਕ ਨੇ ਉਹਨਾਂ ਨੂੰ ਅੱਗੇ ਲਿਆਉਣਾ ਚਾਹੀਦਾ। ਫਿਰ ਜਿਹੜੇ ਅਨਪੜ੍ਹ ਵਲੰਟੀਅਰ ਨੇ, ਸਾਡੇ ਵਰਗੇ ਘੱਟ ਪੜ੍ਹੇ ਲਿਖੇ, ਉਹਨਾਂ ਨੇ ਵੀ ਇਤਰਾਜ਼ ਨਹੀਂ ਕਰਨਾ। ਚਲੋ ਮੈਂ ਕਿਸੇ ਪਾਰਟੀ ਦਾ ਵਲੰਟੀਅਰ ਤਾਂ ਨਹੀਂ, ਪਰ ਅਸੀਂ ਸਮਾਜਿਕ ਤੌਰ ਤੇ ਤਾਂ ਵਲੰਟੀਅਰ ਹੀ ਆ ਨਾ।
ਸੋ ਬਹੁਤ ਸੋਚ ਸਮਝ ਕੇ ਫੈਸਲੇ ਹੋਣੇ ਚਾਹੀਦੇ ਨੇ। ਪਰ ਮੈਨੂੰ ਲੱਗਦਾ ਡਰ ਵੀ ਸੀ ਕੈਪਟਨ ਅਮਰਿੰਦਰ ਨੂੰ ਵੀ ਕਿਤੇ ਅਸ਼ਵਨੀ ਸੇਖੜੀ ਪਾਰਟੀ ਨਾ ਬਦਲ ਜੇ। ਕਹਿੰਦੇ ਚਰਚਾਵਾਂ ਹੋ ਗਈਆਂ ਸੀ ਵੀ ਅਕਾਲੀ ਦਲ 'ਚ ਚੱਲੇ ਨਹੀਂ, ਪਰ ਉਹ ਤਾਂ ਚਲੋ ਉਹਨਾਂ ਦੀ ਸਿਹਤ ਖਰਾਬ ਹੋ ਗਈ, ਉਹ ਹਸਪਤਾਲ 'ਚ ਦਾਖਲ ਹੋ ਗਏ ਅਗਲੇ ਦਿਨ। ਜੇ ਕਿਤੇ ਚਲੇ ਜਾਂਦੇ ਅਕਾਲੀ ਦਲ 'ਚ ਤਾਂ ਵੱਡਾ ਝਟਕਾ ਲੱਗਣਾ ਸੀ ਕਾਂਗਰਸ ਨੂੰ। ਤੇ ਰਾਹੁਲ ਗਾਂਧੀ ਨੇ ਵੀ ਸੱਦਿਆ ਸੀ, ਸਿੱਧੂ ਨੇ ਵੀ ਸੱਦਿਆ ਸੀ। ਸੋ ਮਿਲ ਜੁਲ ਕੇ ਸਾਰਿਆਂ ਨੇ ਜ਼ੋਰ ਲਾਇਆ ਵੀ ਕੈਪਟਨ ਸਾਹਿਬ ਦਿਓ ਬਣਦਾ ਮਾਨ ਸਤਿਕਾਰ, ਸਾਡਾ ਗੈਰ ਸਿੱਖ ਚਿਹਰਾ ਹੈ ਅਸ਼ਵਨੀ ਸੇਖੜੀ। ਸੋ ਮਿਲਿਆ ਮਾਨ ਸਤਿਕਾਰ। ਸੋ ਇਹ ਜ਼ਰੂਰ ਹੈ ਕਿ ਸਿਆਸਤ ਦੇ ਵਿੱਚ ਇੱਕ ਦੂਜੇ ਨੂੰ ਐਡਜਸਟ ਕਰਨ ਦੀਆਂ ਪ੍ਰਕਿਰਿਆਵਾਂ ਹੁਣ ਚੱਲ ਰਹੀਆਂ ਨੇ, ਕਿਉਂਕਿ ਆਖਰੀ ਸਮੇਂ ਦੇ ਵਿੱਚ ਸਾਰੀਆਂ ਪਾਰਟੀਆਂ ਆਪਣੇ ਨੁਮਾਇੰਦਿਆਂ ਨੂੰ, ਆਪਣੇ ਆਗੂਆਂ ਨੂੰ ਸਾਂਭ ਕੇ ਰੱਖਣਾ ਚਾਹੁੰਦੀਆਂ ਨੇ। ਸੋ ਆਖਰੀ ਸਮਾਂ ਚੱਲ ਰਿਹਾ ਹੈ ਪ੍ਰਸ਼ਾਂਤ ਕਿਸ਼ੋਰ ਦਾ ਅਸਤੀਫਾ। ਇਸ ਅਸਤੀਫੇ ਤੋਂ ਬਾਅਦ ਜ਼ਰੂਰ ਪੰਜਾਬ ਦੀ ਸਿਆਸਤ ਦੇ ਵਿੱਚ ਖਲਬਲੀ ਹੈ, ਕਿਉਂਕਿ ਪ੍ਰਸ਼ਾਂਤ ਕਿਸ਼ੋਰ ਦੇ ਅਸਤੀਫੇ ਦੇ ਨਾਲ ਕਿਤੇ ਨਾ ਕਿਤੇ ਬਾਕੀ ਪਾਰਟੀਆਂ ਨੂੰ ਇੰਜ ਲੱਗ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਤਾਕਤ ਦੇ ਵਿੱਚ ਘਾਟਾ ਹੋਇਆ। ਸੋ ਜੋ ਵੀ ਕੁਝ ਆਉਣ ਵਾਲੇ ਦਿਨਾਂ ਦੀ ਸਿਆਸਤ ਦੇ ਵਿੱਚ ਹੋਏਗਾ ਉਸ ਦੇ ਉੱਤੇ ਲਗਾਤਾਰ ਇਸੇ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਚਰਚਾ ਕਰਦੇ ਰਵਾਂਗੇ। ਫਿਲਹਾਲ ਦੇ ਲਈ ਇਜਾਜ਼ਤ। ਡੱਲਾ ਸਾਹਿਬ ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਧੰਨਵਾਦ ਜੀ। ਸੋ ਮੈਨੂੰ ਲੱਗਦਾ ਕਿ ਵਿੱਚ ਸਾਰੀ ਜਿਹੜੀਆਂ ਪੋਲੀਟੀਕਲ ਪਾਰਟੀਆਂ ਅੱਜ ਦੇ ਜਿਹੜੇ ਵੱਡੇ ਬਿਆਨ ਸੀ ਅਸੀਂ ਵਿੱਚ ਸੁਣਾਉਂਦੇ ਰਹੇ ਹਾਂ, ਤਾਂ ਕਿ ਸਾਰੀਆਂ ਜਿਹੜੀਆਂ ਪੋਲੀਟੀਕਲ ਅਪਡੇਟਸ ਨੇ, ਗਤੀਵਿਧੀਆਂ ਨੇ, ਸਾਡੇ ਮਾਨਯੋਗ ਪੰਜਾਬੀ ਦਰਸ਼ਕ ਉਹਨਾਂ ਤੋਂ ਰੂਬਰੂ ਹੋ ਸਕਣ। ਗਗਨ ਜੀ ਬਹੁਤ ਬਹੁਤ ਧੰਨਵਾਦ। ਇਹ ਤਾਂ ਸ਼ੇਖ ਚਿੱਲੀ ਵਾਲੀ ਗੱਲ ਹੋ ਗਈ ਵੀ ਹਸੀਨ ਮੰਗੇਰੀ ਲਾਲ ਦੇ ਹਸੀਨ ਸੁਪਨੇ। ਉਹ ਤੁਸੀਂ ਤਾਂ ਤੀਜੇ ਨੰਬਰ ਦੀ ਪਾਰਟੀ ਹੋ, ਤੁਸੀਂ ਤਾਂ ਓਪੋਜੀਸ਼ਨ ਵੀ ਨਹੀਂ ਤੁਹਾਡੇ ਕੋਲ ਤਾਂ ਪਾਰਟੀ ਦਾ। ਤੁਸੀਂ ਤਾਂ ਮਤਲਬ ਕਹਿਣ ਦਾ ਹੁਣ ਤੁਸੀਂ ਮਸਾਂ ਪਹਿਲਾਂ ਬੀਜੇਪੀ ਦੇ ਘਰੇੜਿਆਂ ਤੇ ਫਿਰਦੇ ਸੀ, ਹੁਣ ਤੁਸੀਂ ਜਾ ਕੇ ਬੀਐਸਪੀ ਹਾਥੀ ਲਿਆਏ, ਉਹਨੂੰ ਵੀ ਇਸ ਵਾਰ ਤੁਸੀਂ ਬਗੈਰ ਪੂੰਛੋ ਕਰਕੇ ਭੇਜਣਾ ਹੈ। ਤੇ ਇਸ ਕਰਕੇ ਤੁਹਾਡੇ ਕੋਲ ਤਾਂ ਅਧਿਕਾਰ ਹੀ ਹੈ ਨਹੀਂ। ਤੇ ਉੱਥੇ ਜਦੋਂ ਮੈਂ ਦੇਖੀਆਂ ਫੋਟੋਆਂ ਲੱਗੀਆਂ ਹੋਈਆਂ, ਉਹ ਨਾਲ ਸੁਖਬੀਰ ਦੇ ਮਾਇਆਵਤੀ ਜੀ ਦੀਆਂ ਲੱਗੀਆਂ ਹੋਈਆਂ। ਹੁਣ ਤੁਸੀਂ ਦੱਸੋ, ਮਾਇਆਵਤੀ ਜੀ ਦੇ ਸਭ ਤੋਂ ਵੱਡੇ ਜੇ ਸੋਨੇ ਦੇ ਦਰਵਾਜ਼ੇ ਆ ਕਿਸੇ ਪੋਲੀਟੀਸ਼ੀਅਨ ਦੇ, ਜਿੱਥੇ ਉਹਨਾਂ ਨੂੰ ਮਿਲਣ ਜਾਂਦੇ ਆ ਬੀਐਸਪੀ ਦੇ ਪ੍ਰਧਾਨ ਸਾਡੇ, ਤੇ ਉਹ ਦਰਵਾਜ਼ੇ ਹੀ ਦੇਖ ਲਓ ਕਿੱਡੇ ਆ। ਤੇ ਇਸ ਕਰਕੇ ਲੋਕ ਵਿਚਾਰਿਆਂ ਦੇ ਲਈ ਇਹਨਾਂ ਦੇ ਇਹ ਕੀ ਤੁਸੀਂ ਦੇਖਿਆ ਹੀ ਹੈ ਕਿਸ ਤਰੀਕੇ ਨਾਲ ਉਹ ਅਲੀਸ਼ਾਨ ਫੰਕਸ਼ਨ ਕਰਕੇ, ਜਿੱਥੇ ਸੁਖਬੀਰ ਜੀ ਇਹ ਗਣਾ ਰਹੇ ਸੀ। ਚੰਗਾ ਹੁੰਦਾ ਪਾਰਲੀਮੈਂਟ 'ਚ ਆਉਂਦੇ, ਪਾਰਲੀਮੈਂਟ ਜਿਹੜੀ ਚੱਲ ਰਹੀ ਆ ਉਦੋਂ ਬਾਅਦ ਇਹ ਫੈਸਲੇ ਕਰ ਲੈਂਦੇ ਜਿਹੜੇ ਉਹਨਾਂ ਨੇ ਸ਼ੇਖ ਚਿੱਲੀ ਵਾਲੀਆਂ ਗੱਲਾਂ ਕੀਤੀਆਂ। ਲੋਕ ਉਹਨਾਂ ਨੂੰ ਸੀਰੀਅਸ ਨਹੀਂ ਲੈਂਦੇ। ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਪੰਜਾਬ 'ਚ ਤਾਂ ਉਹਨਾਂ ਦੇ ਨਾਂ 'ਤੇ ਚੁਟਕਲੇ ਬਣਦੇ ਆ, ਉਹਨਾਂ ਦੇ ਨਾਂ 'ਤੇ ਪਿਕਚਰਸ ਬਣਦੀਆਂ ਏ, ਡਰਾਮੇ ਬਣਦੇ ਆ, ਲੋਕ ਹੱਸਦੇ ਆ, ਇੰਜੋਏ ਕਰਦੇ ਆ ਉਹਨਾਂ ਨੂੰ ਜਦੋਂ ਵੀ ਇਹੋ ਜਿਹੀਆਂ ਗੱਲਾਂ ਕਰਦੇ ਆ। ਉਹ ਤਾਂ ਇੱਕ ਮੈਂ ਸਮਝਦਾ ਕੋਈ ਸੀਰੀਅਸ ਗੱਲ ਪੰਜਾਬ 'ਚ ਸੁਖਬੀਰ ਬਾਦਲ ਉਹਨਾਂ ਨੂੰ ਜਦ ਦੇ ਬਾਡੇ ਬਾਦਲ ਸਾਹਿਬ ਸੀਗੇ ਠੀਕ ਸੀ, ਉਹਨਾਂ ਨੂੰ ਲੋਕ ਉਹਨਾਂ ਦੀ ਗੱਲ ਨੂੰ ਸੁਣਦੇ ਸੀ, ਮੰਨਦੇ ਸੀ। ਪਰ ਇਹਨਾਂ ਨੂੰ ਨਹੀਂ, ਇਹਨਾਂ ਦੇ ਲਈ ਲੋਕਾਂ ਦੇ ਮਨ 'ਚ ਮੈਂ ਸਮਝਦਾ ਇੱਕ पात्र हो सकते हैं कमेडियन, उदू बात कुछ नहीं। ये तो एक इतिहास का हिस्सा है कि किसने वॉकआउट किया और किसने इस्तीफा देके अंदर बैठ के विरोध किया। हकीकत ये है कि मैं तो यहाँ से बीएसपी और हम रोज़ पहले सत्र के पहले दिन से यहाँ पे सिर्फ कृषि कानूनों के विरोध में रोज़ यहाँ पे जो भी अंदर जा रहा है उनकी सोई आत्मा को जगाने के लिए हम कोशिश कर रहे हैं और किसानों का साथ दे रहे हैं। तो मुझे ये पता था कि हमारे ये प्रदर्शन से ज़रूर सत्ता पार्टी को तो बात चुभ रही होगी, लेकिन कांग्रेस पार्टी को इतनी चुभ रही है कि कल उनकी हड़बड़ाहट बिल्कुल बेनकाब हो गई। जो बाहर किसानों की बात करते हैं और अंदर 2.5 हफ्तों से सदन को चलने नहीं दे रहे हैं जासूसी के मामले करके, और किसान के मुद्दे को अंदर जाते ही भूल जाते हैं। और ये श्रोमणी अकाली दल और बसपा जो लगातार मेहनत करके कभी राष्ट्रपति जी तक पहुंच कर रहे हैं, कभी स्पीकर साहब को जेपीसी की मांग कर रहे हैं, इधर रोज खड़े होके सोई हुई ज़मीर को किसान के हक में जगाने की कोशिश कर रहे हैं। तो ये कांग्रेस को कितना चुभ रहा था ये तो कल ही बिल्कुल साफ हो गया। और जो इन्हें अपना इस्तीफा दिया वो एक मैटर ऑफ रिकॉर्ड जो हिस्ट्री में दर्ज होगा। इधर हाउस के अंदर पूरे देश की आत्मा जगाई जब एक केंद्रीय मंत्री ने इस्तीफा देके किसानों के हक में नीचे उतर आए, और ये सारा देश जानता है। सो इनके क्या कहने, ये अपनी बौखलाहट को छुपाने के लिए आप सोचे कि जो कृषि कानूनों के विरोध में किसान का साथ दे रहे वो उनका विरोध कर रहे हैं। तो ये साफ है कि ये किसान के हक में नहीं है। ਅੱਜ ਭਾਰਤ ਸਰਕਾਰ ਦੇ ਜਿਹੜੇ ਹਵਾਈ ਮੰਤਰੀ, ਸ਼ਹਿਰੀ ਸਿਵਲ ਐਵੀਏਸ਼ਨ ਮੰਤਰੀ ਸ਼੍ਰੀ ਜੋਤੀਰਾਵ ਸਿੰਧੀਆ ਜੀ, ਉਹਨਾਂ ਨੂੰ ਮੈਂ ਮੋਹਾਲੀ ਦੇ ਜਿਹੜੇ ਵਪਾਰੀ ਸੀ, ਕਾਰੋਬਾਰੀ ਸੀ, ਕਿਸਾਨ ਸੀ, ਮੁਲਾਜ਼ਮ ਸੀ, ਉਹਨਾਂ ਦੀ ਜਿਹੜੀ ਅਹਿਮ ਮੰਗ ਮੈਨੂੰ ਉਹਨਾਂ ਨੇ ਦਿੱਤੀ, ਉਹ ਲੈ ਕੇ ਗਿਆ ਸੀ ਕਿ ਜਿਹੜਾ ਹਵਾਈ ਅੱਡਾ ਹੈ ਮੋਹਾਲੀ ਦਾ, ਉੱਥੇ ਕਾਰਗੋ ਵਿਵਸਥਾ ਕੀਤੀ ਜਾਵੇ। ਕਿਉਂਕਿ ਕਾਰਗੋ ਵਿਵਸਥਾ ਦਾ ਵਾਅਦਾ ਮਾਨਯੋਗ ਪ੍ਰਧਾਨ ਮੰਤਰੀ ਜੀ ਨੇ ਇਸ ਹਵਾਈ ਅੱਡੇ ਦੇ ਉਦਘਾਟਨ ਸਮੇਂ ਪਬਲਿਕਲੀ ਕੀਤਾ ਸੀ, ਸਾਨੂੰ ਵਿਸ਼ਵਾਸ ਦਿਵਾਇਆ ਸੀ।
ਕਿ ਸਭ ਤੋਂ ਵਧੀਆ ਜੇ ਕੋਈ ਸ਼ੂਟ ਕਰਦਾ ਕਾਰਗੋ ਲਈ ਇਹ ਥਾਂ, ਕਿਉਂਕਿ ਪੰਜਾਬ ਨਾਲ ਕੋਈ ਬੰਦਰਗਾਹ ਨਹੀਂ ਲੱਗਦੀ। ਪੰਜਾਬ ਦੇ ਜਿਹੜੇ ਮਤਲਬ ਐਕਸਪੋਰਟ ਇੰਪੋਰਟ ਦੇ ਕਾਰੋਬਾਰ ਨੇ ਉਹਨਾਂ ਲਈ ਜਾਣੀ ਕਾਰਗੋ ਵਿਵਸਥਾ ਹੋਣਾ ਬਹੁਤ ਜ਼ਰੂਰੀ ਆ ਹਵਾਈ ਅੱਡੇ 'ਤੇ। ਸੋ ਮੈਂ ਸਮਝਦਾ ਕਿ ਪੰਜਾਬ, ਹਰਿਆਣਾ, ਹਿਮਾਚਲ, ਜੰਮੂ ਕਸ਼ਮੀਰ ਦੇ ਖਿੱਤੇ ਲਈ ਇਹ ਬਹੁਤ ਜ਼ਰੂਰੀ ਆ। ਔਰ ਮਾਨਯੋਗ ਮੰਤਰੀ ਜੀ ਨੇ ਪੂਰਾ ਭਰੋਸਾ ਦਵਾਇਆ ਕਿ ਕਸਟਮ ਏਅਰਪੋਰਟ ਦੇ ਸਟੇਟਸ ਤੋਂ ਇਸ ਨੂੰ ਅੰਤਰਰਾਸ਼ਟਰੀ ਸਟੇਟਸ, ਹਵਾਈ ਅੱਡੇ ਦਾ ਸਟੇਟਸ ਬਣਾ ਕੇ ਇੱਥੇ ਕਾਰਗੋ ਵਿਵਸਥਾ ਜਿਹੜੀ ਹੈ ਉਹ ਜਲਦੀ ਸ਼ੁਰੂ ਕਰਾਈ ਜਾਏਗੀ।